ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਯੰ ਪ੍ਰਕਾਸ਼ ਪ੍ਰਥਮ ਹੀ ਥੀਏ, ਤਨ ਮਿਰਜਾਦਾ ਧਾਰਤ ਭਏ। ਸ੍ਰੀ ਅੰਗਦ ਕੋ ਗੁਰੂ ਸਥਾਪ, ਜੋਤ ਜਗਾਈ ਆਪਣੀ ਆਪ। ਸਵਯੰ ਪ੍ਰਕਾਸ਼ ਪ੍ਰਥਮ ਹੀ ਥੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ, ਮੀਰਾਨ ਮੀਰ, ਵਾਲੀ ਏਕੋ ਲਾਲਮ, ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਪਾਵਨ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਕਥਾ ਆਪ ਸਰਵਣ ਕਰਦੇ ਆ ਰਹੇ ਹੋ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਥ, ਪੰਚਮ ਪਾਤਸ਼ਾਹ ਪ੍ਰਤੱਖ ਹਾਰ, ਦੀਨ ਦਿਆਲ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਭਾਈ ਫਿਰਨਾ ਸੂਦਰ, ਭੋਲੂ ਜੱਟੂ ਅਤੇ ਭੱਟੂ ਇਹ ਸਿੱਖਾਂ ਦੇ ਨਾਮ ਹਨ। ਅਤੇ ਪੰਡਤ ਤਿਵਾੜੀ ਜਾਤੀ ਦੇ ਹਨ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਏ ਨੇ। ਆ ਕੇ ਇਹਨਾਂ ਨੇ ਨਮਸਕਾਰ ਕੀਤੀ ਹੈ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਨ ਲੱਗੇ। ਕਹਿੰਦੇ, ਮਹਾਰਾਜ ਪਿਛਲੇ ਸਮੇਂ ਅਸੀਂ ਗੰਗਾ ਇਸ਼ਨਾਨ 'ਤੇ ਗਏ ਸਾਂ ਅਤੇ ਉੱਥੇ ਕੁਝ ਬ੍ਰਾਹਮਣ ਸਾਨੂੰ ਮਿਲੇ। ਕੁਝ ਜੋਗੀ ਸੰਨਿਆਸੀ ਆਪਸ ਵਿੱਚ ਮਿਲ ਕੇ ਵਿਚਾਰ ਕਰਨ ਲੱਗੇ। ਵਿਚਾਰ ਇਹ ਚੱਲੀ ਕਿ ਅਨੇਕਾਂ ਹੀ ਅਵਤਾਰ ਸੰਸਾਰ ਦੇ ਵਿੱਚ ਆਏ ਨੇ, ਜਿਨ੍ਹਾਂ ਦਾ ਜ਼ਿਕਰ ਧਰਮ ਗ੍ਰੰਥਾਂ ਵਿੱਚ ਆਪਾਂ ਪੜ੍ਹਦੇ ਹਾਂ। ਉਹਨਾਂ ਅਵਤਾਰਾਂ ਦੇ ਗੁਰੂ ਵੀ ਹੋਏ ਨੇ, ਪਰ ਗੁਰੂਆਂ ਵਿੱਚੋਂ ਸ਼੍ਰੋਮਣੀ ਗੁਰੂ ਜਿਹੜੇ ਨੇ, ਸ਼੍ਰੀ ਨਾਨਕ ਜਗ ਭਏ ਵਿਸਾਲਾ, ਕਰਿਓ ਆਪਨੋ ਪੰਥ ਨਿਰਾਲਾ। ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਭ ਤੋਂ ਸ਼੍ਰੇਸ਼ਟ ਵੱਡੇ ਗੁਰੂ ਹੋਏ, ਜਿਨ੍ਹਾਂ ਨੇ ਜਗਤ ਵਿੱਚ ਸੰਸਾਰ ਵਿੱਚ ਮਨੁੱਖਤਾ ਦੀ ਕਲਿਆਣ ਦੇ ਲਈ, ਮਨੁੱਖ ਦੇ ਭਲੇ ਵਾਸਤੇ
ਆਪਣਾ ਨਿਰਾਲਾ ਪੰਥ ਸਤਿਗੁਰਾਂ ਨੇ ਚਲਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪਰ ਗੱਲ ਇਹ ਚੱਲੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਕੌਣ ਹਨ। ਤੇ ਮਹਾਰਾਜ ਅਸੀਂ ਵੀ ਉਸ ਮੰਡਲੀ 'ਚ ਬੈਠੇ ਸੀ, ਸਾਨੂੰ ਇਸ ਗੱਲ ਦਾ ਉੱਤਰ ਨਾ ਆਇਆ। ਤੇ ਫਿਰ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਦਰਸ਼ਨਾਂ ਲਈ ਤਾਂ ਜਾਂਦੇ ਹਾਂ, ਪਰ ਉਹਨਾਂ ਦੀ ਗੱਦੀ 'ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਬੈਠੇ ਨੇ, ਉਹਨਾਂ ਕੋਲੋਂ ਅਸੀਂ ਜ਼ਰੂਰ ਪੁੱਛਾਂਗੇ। ਮਹਾਰਾਜ ਕਿਰਪਾ ਕਰੋ, ਸਾਨੂੰ ਇਹ ਦੱਸੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਹੋਇਆ, ਕਿਉਂਕਿ ਸਾਰੇ ਅਵਤਾਰਾਂ ਨੇ ਗੁਰੂ ਧਾਰੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਵੀ ਅਵਤਾਰ ਨੇ, ਤੇ ਉਹਨਾਂ ਦਾ ਗੁਰੂ ਕੌਣ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਇਹਨਾਂ ਦਾ ਸ਼ੰਕਾ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਇਹ ਉੱਤਰ ਦਿੱਤਾ ਹੈ। ਗੁਰਦੇਵ ਕਹਿੰਦੇ ਹਨ, ਸ਼੍ਰੀ ਨਾਨਕ ਗੁਰ ਏਕ ਓੰਕਾਰ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਗੁਰੂ ਹੈ ਉਹ ਇੱਕ ਓੰਕਾਰ ਪਰਮਾਤਮਾ ਅਕਾਲ ਪੁਰਖ ਹੈ। ਕਿਉਂਕਿ ਜਿਹੜੇ ਦੇਵਤੇ ਹਨ ਉਹ ਇੱਕ ਓੰਕਾਰ ਪਰਮਾਤਮਾ ਦਾ ਭੇਦ ਨਹੀਂ ਪਾ ਸਕੇ, ਤੇ ਫਿਰ ਮਨੁੱਖ ਜਿਹੜੇ ਨੇ ਉਹ ਅਕਾਲ ਪੁਰਖ ਦੇ ਸਰੂਪ ਗੁਰੂ ਨਾਨਕ ਸਾਹਿਬ ਦਾ ਕੀ ਭੇਦ ਪਾ ਸਕਦੇ ਹਨ। ਪਰ ਫਿਰ ਵੀ ਤੁਸੀਂ ਪੁੱਛਦੇ ਹੋ, ਤੇ ਗੁਰਦੇਵ ਕਹਿੰਦੇ ਹਨ, ਸ਼੍ਰੀ ਨਾਨਕ ਗੁਰ ਅੰਗਦ ਲਈਐ। ਗੁਰੂ ਨਾਨਕ ਸਾਹਿਬ ਦਾ ਗੁਰੂ ਗੁਰੂ ਅੰਗਦ ਦੇਵ ਸਾਹਿਬ ਨੂੰ ਜਾਣ ਲਈਏ। ਇਹ ਗੱਲ ਸੁਣਨ ਵਿੱਚ ਕਈ ਵਾਰੀ ਹੋਰ ਤਰ੍ਹਾਂ ਲੱਗੇਗੀ ਕਿ ਉਹ ਕਿਸ ਤਰ੍ਹਾਂ ਕਿ ਗੁਰੂ ਅੰਗਦ ਦੇਵ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਿਆ, ਤੇ ਫਿਰ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਕਦੋਂ ਗੁਰੂ ਧਾਰਿਆ। ਤੇ ਗੁਰਦੇਵ ਕਹਿਣ ਲੱਗੇ, ਜਿਸ ਆਗੇ ਨਿਜ ਸੀਸ ਨਿਵਾਇਓ। ਗੁਰੂ ਤਾਂ ਉਹਨੂੰ ਕਿਹਾ ਜਾਂਦਾ ਹੈ ਨਾ ਜਿਹਨੂੰ ਆਪਾਂ ਆਪਣਾ ਸਿਰ ਨਿਵਾਉਂਦੇ ਹਾਂ, ਮੱਥਾ ਟੇਕਦੇ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਦੱਸੋ ਕਿਹਦੇ ਅੱਗੇ ਆਪਣਾ ਸਿਰ ਨਿਵਾਇਆ। ਕਿਉਂਕਿ ਜੇ ਦੇਖੀ ਅਕਾਲ ਪੁਰਖ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਜੀ ਨੇ ਜ਼ਿਕਰ ਵੀ ਕੀਤਾ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਰ ਸੰਸਾਰ ਦੀ ਇੱਕ ਮਰਿਆਦਾ ਹੈ ਕਿ ਗੁਰੂ ਸਾਹਿਬ ਨੇ ਦੇਹ ਵਾਲੇ ਮਨੁੱਖ ਨੂੰ ਕਿਸ ਨੂੰ ਗੁਰੂ ਧਾਰਿਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜੇ ਕਿਸੇ ਦੇਹੀ ਨੂੰ ਨਮਸਕਾਰ ਕੀਤੀ ਹੈ, ਉਹ ਦੇਹ ਹੈ ਗੁਰੂ ਅੰਗਦ ਦੇਵ ਸਾਹਿਬ ਦੀ। ਜਦੋਂ ਗੁਰੂ ਨਾਨਕ ਸਾਹਿਬ ਬਾਬਾ ਲਹਿਣਾ ਜੀ ਨੂੰ ਪਰਖਾਂ ਵਿੱਚੋਂ ਪੂਰਾ ਉਤਰੇ, ਤੇ ਜਦੋਂ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਨਾ, 5 ਪੈਸੇ ਨਾਲੀਏ ਰੱਖ ਕੇ, ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣਾ ਸਿਰ ਜਿਹੜਾ ਸੀ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਨਵਾ ਦਿੱਤਾ, ਜਿਹਦਾ ਜ਼ਿਕਰ ਆਪਾਂ ਬਾਣੀ 'ਚ ਵੀ ਪੜ੍ਹਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿਰ ਨਵਾਇਆ, ਮਾਨੋ ਇਹ ਉਲਟੀ ਗੰਗਾ ਦਾ ਵਹਿਣ ਸੀ। ਆਪਾਂ ਸੁਣਦੇ ਹਾਂ ਕਿ ਉਲਟੀ ਗੰਗਾ ਕੀ ਹੁੰਦੀ ਹੈ, ਇਹ ਉਲਟੀ ਗੰਗਾ ਸੀ। ਅੱਜ ਤੱਕ ਜਿਹੜਾ ਗੁਰੂ ਸੀ, ਜਿਹੜਾ ਚੇਲਾ ਸੀ, ਉਹ ਆਪਣੇ ਗੁਰੂ ਨੂੰ ਸਿਰ ਨਵਾਉਂਦਾ ਆਇਆ, ਪਰ ਇਹ ਉਲਟੀ ਗੰਗਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਿਰ ਆਪਣੇ ਸਿੱਖ ਨੂੰ, ਆਪਣੇ ਚੇਲੇ ਨੂੰ, ਆਪਣੇ ਸੇਵਕ ਨੂੰ ਆਪਣਾ ਸਿਰ ਭੇਟ ਕੀਤਾ। ਬਾਬਾ ਲਹਿਣਾ ਜੀ ਨੂੰ ਨਮਸਕਾਰ ਕੀਤੀ, ਗੁਰੂ ਅੰਗਦ ਦੇਵ ਸਾਹਿਬ ਜੀ ਨੂੰ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਜਾਂ ਤੇ ਗੁਰੂ ਅੰਗਦ ਦੇਵ ਸਾਹਿਬ, ਤੇ ਗੁਰੂ ਨਾਨਕ ਸਾਹਿਬ ਦਾ ਗੁਰੂ ਸ਼ਬਦ ਗੁਰੂ, ਗੁਰੂ ਨਾਨਕ ਸਾਹਿਬ ਦਾ ਗੁਰੂ ਇੱਕ ਓੰਕਾਰ ਪਰਮਾਤਮਾ ਹੈ। ਇਹ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਹੈ। ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਯੰ ਪ੍ਰਕਾਸ਼ ਪ੍ਰਥਮ ਹੀ ਥੀਏ। ਗੁਰੂ ਦਾ ਅਰਥ ਹੁੰਦਾ ਹੈ, ਗੋ ਦਾ ਅਰਥ ਹੈ ਹਨੇਰਾ, ਨਾਮ ਕਹੈ ਗੋ ਕੋ ਤਮ ਨਾਸ਼, ਰੂ ਕੋ ਅਰਥ ਜੋ ਕਰੈ ਪ੍ਰਕਾਸ਼। ਇਹ 2 ਅੱਖਰ ਗੁਰੂ ਦੇ ਹਨ। ਤੇ ਗੋ ਦਾ ਅਰਥ ਹੈ ਹਨੇਰਾ, ਤੇ ਰੂ ਦਾ ਅਰਥ ਹੈ ਪ੍ਰਕਾਸ਼, ਜਿਹੜਾ ਹਨੇਰੇ ਨੂੰ ਦੂਰ ਕਰੇ, ਚਾਨਣ ਕਰ ਦੇਵੇ। ਹਨੇਰਾ ਕਿਹੜਾ ਹੈ? ਅਗਿਆਨਤਾ ਦਾ। ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਨ ਵਾਲਾ ਹੈ, ਅੰਦਰ ਪ੍ਰਕਾਸ਼ ਕਰਨ ਵਾਲਾ, ਉਹ ਗੁਰੂ ਹੈ। ਤੇ ਗੁਰੂ ਨਾਨਕ ਸਾਹਿਬ ਸਵਯੰ ਪ੍ਰਕਾਸ਼ ਪ੍ਰਥਮ ਹੀ ਥੀਏ। ਗੁਰੂ ਨਾਨਕ ਸਾਹਿਬ ਮਹਾਰਾਜ ਸੁੱਤੇ ਸਿੱਧ ਪ੍ਰਕਾਸ਼। ਸੁੱਤੇ ਸਿੱਧ ਪ੍ਰਕਾਸ਼ ਜਿਸ ਤਰ੍ਹਾਂ ਆਪਾਂ ਮੰਨਦੇ ਹਾਂ ਕਿ ਸੂਰਜ ਦਾ ਪ੍ਰਕਾਸ਼, ਆ ਜਿਹੜੀਆਂ ਲਾਈਟਾਂ ਸਾਨੂੰ ਚਾਨਣ ਦੇ ਰਹੀਆਂ, ਇਹਨਾਂ ਨੂੰ ਪ੍ਰਕਾਸ਼ ਦੇਣ ਵਾਲੀ ਜਿਹੜੀ ਹੈ ਤਾਰਾਂ ਰਾਹੀਂ ਬਿਜਲੀ ਆ ਰਹੀ ਹੈ।
ਤੇ ਬਿਜਲੀ ਬਣਦੀ ਹੈ ਤੇ ਫਿਰ ਇਹ ਸਾਨੂੰ ਚਾਨਣ ਦਿੰਦੇ। ਪਰ ਜਿਹੜਾ ਸੂਰਜ ਹੈ ਉਹਨੂੰ ਮੰਨਿਆ ਜਾਂਦਾ ਹੈ ਕਿ ਉਹ ਸੁੱਤੇ ਪ੍ਰਕਾਸ਼ ਹੈ, ਉਹ ਕਿਸੇ ਤੋਂ ਪ੍ਰਕਾਸ਼ ਨਹੀਂ ਲੈਂਦਾ, ਉਹਨੂੰ ਕਿਸੇ ਦੇ ਚਾਨਣ ਦੀ ਲੋੜ ਨਹੀਂ। ਇੱਥੋਂ ਤੱਕ ਕਿ ਜਿਹੜਾ ਚੰਦਰਮਾ ਹੈ, ਦਾਨੇ ਦੱਸਦੇ ਨੇ ਕਿ ਜਿਹੜਾ ਚੰਦਰਮਾ ਹੈ ਉਹ ਵੀ ਸੂਰਜ ਤੋਂ ਪ੍ਰਕਾਸ਼ ਲੈਂਦਾ ਹੈ। ਚੰਦਰਮਾ ਕੋਲ ਆਪਣਾ ਪ੍ਰਕਾਸ਼ ਨਹੀਂ, ਪਰ ਸੂਰਜ ਕੋਲ ਤੇ ਆਪਣਾ ਪ੍ਰਕਾਸ਼ ਹੈ। ਉਹਨੂੰ ਕਿਹਾ ਕਿ ਸੁੱਤੇ ਪ੍ਰਕਾਸ਼, ਜਿਹਨੂੰ ਆਪਾਂ ਕਹਿੰਦੇ ਹਾਂ ਸਹਿ ਭੰਗ, ਕਿਸੇ ਤੋਂ ਪ੍ਰਕਾਸ਼ ਨਹੀਂ ਲੈਣਾ, ਆਪਣੇ ਆਪ ਤੋਂ ਪ੍ਰਕਾਸ਼ਮਾਨ। ਪਰ ਗੁਰੂ ਕਲਗੀਧਰ ਸਾਹਿਬ ਜੀ ਨੇ ਜਾਪ ਸਾਹਿਬ ਅੰਦਰ ਹੀ ਜ਼ਿਕਰ ਕੀਤਾ, ਨਮੋ ਸੂਰਜ ਸੂਰਜ। ਜੇ ਸੂਰਜ ਅੰਦਰ ਵੀ ਪ੍ਰਕਾਸ਼ ਹੈ ਨਾ, ਉਹ ਹੈ ਅਕਾਲ ਪੁਰਖ ਪਰਮਾਤਮਾ ਦਾ ਆਪਣਾ। ਸੂਰਜ ਵਿੱਚ ਵੀ ਕੋਈ ਸਮਰੱਥਾ ਨਹੀਂ ਕਿ ਸੰਸਾਰ ਨੂੰ ਚਾਨਣ ਦੇ ਸਕੇ। ਸੂਰਜ ਵਿੱਚ ਹੋ ਕੇ ਸੂਰਜ ਰੂਪ ਬੈਠਾ ਹੈ ਤੇ ਉਹ ਪਰਮਾਤਮਾ ਤੂੰ ਹੈ, ਤੇ ਤੁਹਾਨੂੰ ਸਾਡੀ ਨਮਸਕਾਰ ਹੈ, ਨਮੋ ਸੂਰਜ ਸੂਰਜ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਸੁੱਤੇ ਪ੍ਰਕਾਸ਼ ਹਨ, ਜਿਨ੍ਹਾਂ ਨੂੰ ਆਪਾਂ ਅਕਾਲ ਪੁਰਖ ਨੂੰ ਕਹਿੰਦੇ ਹਾਂ ਸਹਿ ਭੰਗ। ਸਹਿ ਭੰਗ ਦਾ ਅਰਥ ਹੈ ਕਿ ਉਹਨੂੰ ਕਿਸੇ ਦੇ ਪ੍ਰਕਾਸ਼ ਦੀ ਲੋੜ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰੂਪ ਨੇ, ਸੁੱਤੇ ਪ੍ਰਕਾਸ਼ ਹਨ। ਉਹਨਾਂ ਨੇ ਕਿਸੇ ਨੂੰ ਗੁਰੂ ਨਹੀਂ ਧਾਰਿਆ, ਅਕਾਲ ਪੁਰਖ ਤੋਂ ਵਰੋਸਾਏ ਹੋਏ, ਜਾਂ ਇੰਜ ਕਹਿ ਲਓ ਕਿ ਅਕਾਲ ਪੁਰਖ ਦਾ ਆਪਣਾ ਹੀ ਸਰੂਪ ਸੀ। ਤੇ ਅਕਾਲ ਪੁਰਖ ਨੂੰ ਕਿਹਦੇ ਪ੍ਰਕਾਸ਼ ਦੀ ਲੋੜ ਹੈ? ਉਹਨੂੰ ਕਿਸੇ ਦੀ ਸਹਾਇਤਾ ਦੀ, ਕਿਸੇ ਦੇ ਚਾਨਣ ਦੀ, ਕਿਸੇ ਦੀ ਪ੍ਰਕਾਸ਼ ਦੀ ਲੋੜ ਨਹੀਂ। ਬੇਵਜ਼ੀਰ ਵੱਡੇ ਧੀਰ, ਉਹਦਾ ਵਜ਼ੀਰ ਕੋਈ ਨਹੀਂ, ਉਹ ਵੱਡਾ ਧੀਰਜਵਾਨ ਹੈ। ਨਹੀਂ ਤਾਂ ਸਾਰੇ ਰਾਜਿਆਂ ਦਾ ਕੋਈ ਨਾ ਕੋਈ ਵਜ਼ੀਰ ਹੁੰਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਕੋਈ ਵਜ਼ੀਰ ਨਹੀਂ, ਤੁਹਾਨੂੰ ਕੋਈ ਸਲਾਹ ਦੇਣ ਵਾਲਾ ਨਹੀਂ, ਕਿਉਂਕਿ ਤੁਸੀਂ ਬਹੁਤ ਸਿਆਣੇ ਤੇ ਬੜੇ ਚਤੁਰ ਹੋ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰੂਪ ਨੇ, ਉਹ ਸੁੱਤੇ ਪ੍ਰਕਾਸ਼ ਸਹਿ ਭੰਗ ਹਨ, ਆਪਣੇ ਆਪ ਤੋਂ ਪ੍ਰਕਾਸ਼ਮਾਨ ਨੇ। ਤਨ ਮਿਰਜ਼ਾਦਾ ਧਾਰਤ ਭਈ। ਗੁਰੂ ਨਾਨਕ ਸਾਹਿਬ ਜੀ ਨੇ, ਅਕਾਲ ਪੁਰਖ ਜੀ ਨੇ ਤਨ ਦੀ ਜਿਹੜੀ ਮਰਿਆਦਾ ਹੈ ਗੁਰੂ ਧਾਰਨ ਦੀ, ਉਹ ਪੂਰੀ ਕੀਤੀ ਹੈ। ਸ੍ਰੀ ਅੰਗਦ ਕੋ ਗੁਰੂ ਸਥਾਪ। ਜਿਹੜੀ ਤਨ ਦੀ ਮਰਿਆਦਾ ਹੈ ਉਹ ਇਹ ਕੀਤੀ, ਕਿਉਂਕਿ ਅਕਾਲ ਪੁਰਖ ਤੋਂ ਪ੍ਰਕਾਸ਼ਮਾਨ ਸੁੱਤੇ ਸਿੱਤ ਪ੍ਰਕਾਸ਼ ਨੇ। ਪਰ ਸੰਸਾਰ ਵਿੱਚ ਗੁਰੂ ਧਾਰਨ ਦੀ ਜਿਹੜੀ ਮਰਿਆਦਾ ਚੱਲ ਰਹੀ ਸੀ, ਉਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਪੂਰੀ ਕੀਤੀ ਹੈ। ਉਹ ਮਰਿਆਦਾ ਹੈ ਸ਼੍ਰੀ ਅੰਗਦ ਕੋ ਗੁਰੂ ਸਥਾਪ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਸਥਾਪਿਆ। ਜੋਤ ਜਗਾਈ ਆਪਣੀ ਆਪ। ਆਪਣੀ ਜਿਹੜੀ ਜੋਤ ਸੀ ਉਹ ਆਪਣੇ ਆਪ ਗੁਰੂ ਅੰਗਦ ਦੇਵ ਸਾਹਿਬ ਦੇ ਅੰਦਰ ਉਹ ਜੋਤ ਜਗਾ ਦਿੱਤੀ। ਜਾਂ ਤੇ ਨਿਸ਼ਚਾ ਗੁਰ ਮਹਿ ਧਰੋ। ਇਸ ਲਈ ਆਪਣਾ ਜਿਹੜਾ ਭਰੋਸਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਤੇ ਰੱਖੋ, ਕਿਉਂਕਿ ਜਦੋਂ ਗੁਰੂ ਦੀ ਮਹਿਮਾ ਹੁੰਦੀ ਸੰਸਾਰ ਵਿੱਚ ਦੇਖੀ ਤੇ ਅਧੂਰਿਆਂ ਨੇ ਵੀ ਬੜਾ ਇਹਦਾ ਫਾਇਦਾ ਚੁੱਕਿਆ। ਜਦੋਂ ਦੇਖਿਆ ਕਿ ਸੰਸਾਰ ਵਿੱਚ ਗੁਰੂ ਧਾਰਨ ਦੀ ਲੋੜ ਹੈ, ਅੱਜ ਵੀ ਆਪਾਂ ਦੇਖਦੇ ਹੀ ਹਾਂ ਥਾਂ ਥਾਂ 'ਤੇ ਦੁਕਾਨਾਂ ਖੁੱਲ੍ਹੀਆਂ ਨੇ ਕਿ ਅਸੀਂ ਵੀ ਗੁਰੂ ਹਾਂ, ਕਿਉਂਕਿ ਗੁਰੂ ਦੀ ਮਹਿਮਾ ਬੜੀ ਹੋ ਰਹੀ ਸੀ। ਇਹ ਦੱਸ ਗਏ ਸਾਨੂੰ ਗੁਰੂ ਸਾਹਿਬ ਕਿ ਗੁਰੂ ਧਾਰਨ ਦੀ ਲੋੜ ਹੈ। ਜਿੰਨਾ ਚਿਰ ਆਪਾਂ ਗੁਰੂ ਨਹੀਂ ਧਾਰਦੇ, ਉਹਨਾਂ ਚਿਰ ਪਰਮਾਰਥ ਵਿੱਚ ਪ੍ਰਾਪਤੀ ਨਹੀਂ ਹੁੰਦੀ। ਪਰਮਾਤਮਾ ਦੀ ਪ੍ਰਾਪਤੀ ਲਈ ਵੀ ਗੁਰੂ ਦੀ ਲੋੜ ਹੈ। ਗੁਰੂ ਹੀ ਤਾਂ ਹੈ ਜਿਹੜਾ ਬਾਂਹ ਫੜ ਕੇ ਸਾਨੂੰ ਸਿੱਧੇ ਰਸਤੇ 'ਤੇ ਤੋਰਦਾ ਹੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਸਥਾਪਿਆ, ਆਪਣੀ ਜੋਤ ਅੰਦਰ ਰੱਖੀ ਤੇ ਸਾਰੀ ਸੰਗਤ ਨੂੰ ਕਿਹਾ, ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ, ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਗੁਰੂ ਅੰਗਦ ਦੇਵ ਸਾਹਿਬ ਹਨ। ਤੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਦੇ ਅੰਦਰ ਜੋਤ ਰੱਖੀ ਹੈ। ਸਿੱਖੀ ਧਰਮ ਨਿਰਵਾਹਿਨ ਕਰੋ। ਤੇ ਸਿੱਖੀ ਦਾ ਜਿਹੜਾ ਧਰਮ ਹੈ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਹੈ ਗੁਰੂ ਉਪਦੇਸ਼ ਨੂੰ ਸੁਣ ਕੇ ਉਹ ਬਚਨ ਕਮਾਓ। ਸਿੱਖੀ ਧਰਮ ਜਿਹੜਾ ਹੈ ਉਹ ਕਮਾਉਣਾ ਕਰੋ। ਹਲਤ ਪਲਤ ਮੈਂ ਲਹੋ ਆਨੰਦ। ਜੇ ਗੁਰੂ ਪੂਰਾ ਹੋਵੇ ਫਿਰ ਲੋਕ ਅਤੇ ਪਰਲੋਕ ਦੇ ਵਿੱਚ ਉਹ ਜੀਵ ਦੁਖੀ ਨਹੀਂ ਹੁੰਦਾ ਜਿਹਨੇ ਪੂਰੇ ਗੁਰੂ ਨੂੰ ਗੁਰੂ ਧਾਰਿਆ ਹੋ। ਲੋਕ ਅਤੇ ਪਰਲੋਕ ਵਿੱਚ ਬਹੁਤਾ ਆਨੰਦ ਮਾਣੀਦਾ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਮਾਜਿਕ ਅਤੇ ਧਾਰਮਿਕ ਇਹਨਾਂ ਦੋਨਾਂ ਵਿੱਚ ਪਰਪੱਕ ਕੀਤਾ ਕਿ ਧਰਮ ਦੀ ਦੁਨੀਆ ਵਿੱਚ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਹੈ। ਤੁਸੀਂ ਸਮਾਜਿਕ ਵੀ ਹੋ, ਗ੍ਰਸਤੀ ਹੋ, ਤੇ ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ। ਇਹ ਦੋਨੋਂ ਪੱਖਾਂ ਵਿੱਚ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਇਸ ਲਈ ਛੇਵੇਂ ਸਰੂਪ ਦੇ ਵਿੱਚ ਆ ਕੇ ਤਾਂ ਰਾਜਨੀਤੀ ਵੀ ਦੱਸ ਦਿੱਤੀ ਕਿ ਧਰਮ ਦੇ ਨਾਲ ਨਾਲ ਰਾਜਨੀਤੀ ਕਿਸ ਤਰ੍ਹਾਂ ਰੱਖਣੀ ਹੈ। ਇਸ ਲਈ ਸਾਨੂੰ ਗੁਰੂ ਸਾਹਿਬ ਜੀ ਨੇ ਮੁਕੰਮਲ ਜਿਹੜਾ ਸਰੂਪ ਹੁੰਦਾ ਹੈ ਮਨੁੱਖ ਦਾ ਉਹ ਬਖਸ਼ਿਆ ਹੈ। ਇਸ ਲਈ ਜੇ ਸਿੱਖੀ ਧਰਮ ਨਿਭਾਵੋਗੇ ਲੋਕ ਅਤੇ ਪਰਲੋਕ ਵਿੱਚ ਸੁਖੀ ਹੋਵੋਗੇ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਨ ਜਿਉਣਾ ਦੱਸਿਆ ਹੈ। ਦਸਮ ਸਰੂਪ ਦੇ ਵਿੱਚ ਆ ਕਰਕੇ
10 ਸਰੂਪਾਂ ਦੇ ਵਿੱਚ ਜੋ ਉਪਦੇਸ਼ ਦਿੱਤਾ ਸੀ ਉਹਦੀ ਮਰਿਆਦਾ ਬਣਾਈ। ਜੇ ਤੁਸੀਂ ਮਰਿਆਦਾ ਵਿੱਚ ਰਹਿ ਕੇ ਜੀਵਨ ਬਤੀਤ ਕਰੋਗੇ ਤਾਂ ਲੋਕ ਵਿੱਚ ਸੁਖੀ ਰਹੋਗੇ, ਕਿਉਂਕਿ ਅਨੇਕਾਂ ਹੀ ਰੋਗ, ਅਨੇਕਾਂ ਹੀ ਬਿਮਾਰੀਆਂ ਸੰਸਾਰ ਦੇ ਅੰਦਰ ਪਹਿਲਾਂ ਵੀ ਸਨ ਤੇ ਅੱਜ ਬਹੁਤਾਤ ਨੇ। ਉਹ ਬਿਮਾਰੀਆਂ ਤੋਂ ਬਚਣ ਵਾਸਤੇ, ਕਲੰਕ ਤੋਂ ਬਚਣ ਵਾਸਤੇ ਸਾਨੂੰ ਮਰਿਆਦਾ ਦਿੱਤੀ ਹੈ। ਜਿਹੜਾ ਮਰਿਆਦਾ ਵਿੱਚ ਰਹਿ ਕੇ ਜੀਵਨ ਜੀਵੇਗਾ ਉਹ ਪਰਲੋਕ ਵਿੱਚ ਵੀ ਆਨੰਦ ਮਾਣੇਗਾ। ਜੀਤੋ ਸਕਲ ਵਿਕਾਰ ਬਿਲੰਦ। ਮਹਾਰਾਜ ਕਹਿੰਦੇ ਹਨ ਸਿੱਖੀ ਧਰਮ ਨੂੰ ਨਿਭਾਓ ਤੇ ਫਿਰ ਸਾਰੇ ਜਿਹੜੇ ਵਿਕਾਰ ਹਨ ਉਹਨੂੰ ਤੁਸੀਂ ਜਿੱਤ ਲਓਗੇ। ਸੁਨ ਗੁਰਬਾਕ ਹਰਖ ਕੋ ਧਾਰਾ। ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਸਾਰੇ ਬੜੇ ਪ੍ਰਸੰਨ ਹੋਏ ਹਨ। ਗੁਰ ਸੰਸਾ ਗਨ ਕੋ ਨਿਰਵਾਰਾ। ਇਹਨਾਂ ਨੇ ਆਪਣੇ ਅੰਦਰ ਦਾ ਜਿਹੜਾ ਸ਼ੰਕਾ ਸੀ ਉਹ ਦੂਰ ਕਰ ਦਿੱਤਾ ਹੈ। ਸੇਵਾ ਕਰਤ ਰਹੇ ਸਤਿਗੁਰ ਕੀ। ਗੁਰੂ ਸਾਹਿਬ ਜੀ ਦੇ ਦਰ ਦੇ ਉੱਤੇ ਸੇਵਾ ਕਰਕੇ ਸਮਾਂ ਬਤੀਤ ਕਰਨ ਲੱਗੇ। ਹਰੀ ਅਵਿਦਿਆ ਦੁਖ ਦਾ ਉਰ ਕੀ। ਜਿਹੜਾ ਸਭ ਤੋਂ ਵੱਡਾ ਦੁੱਖ ਹੈ ਉਹ ਅਵਿਦਿਆ। ਅਵਿਦਿਆ ਕਹਿੰਦੇ ਨੇ ਅਗਿਆਨਤਾ ਨੂੰ। ਤੇ ਗੁਰੂ ਸਾਹਿਬ ਦੀ ਸੇਵਾ ਕਰਕੇ ਜਿਹੜੀ ਅਗਿਆਨਤਾ ਸੀ ਉਹ ਦੂਰ ਹੋਈ ਹੈ, ਕਿਉਂਕਿ ਵਿਦਿਆ ਪੜ੍ਹ ਕੇ ਦੁਨਿਆਵੀ ਗਿਆਨ ਤਾਂ ਲੈ ਸਕਦੇ ਹਾਂ, ਪਰ ਜਿੰਨਾ ਚਿਰ ਗੁਰੂ ਕੋਲ ਨਹੀਂ ਆਉਂਦੇ ਉਹਨਾਂ ਚਿਰ ਅੰਦਰ ਦਾ ਜਿਹੜਾ ਗਿਆਨ ਹੈ, ਆਤਮਾ ਦਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ, ਉਹ ਪੂਰੇ ਗੁਰੂ ਕੋਲ ਆ ਕੇ ਹੀ ਪ੍ਰਾਪਤ ਹੁੰਦਾ ਹੈ। ਜਿੰਨਾ ਚਿਰ ਬ੍ਰਹਮ ਗਿਆਨ, ਆਤਮਾ ਦਾ ਗਿਆਨ ਪ੍ਰਾਪਤ ਨਾ ਹੋਵੇ ਉਹਨਾਂ ਚਿਰ ਦੁਨਿਆਵੀ ਗਿਆਨ ਦੇ ਨਾਲ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਠੀਕ ਹੈ, ਗਿਆਨ ਲੈ ਕੇ ਆਪਾਂ ਸਮਾਜ ਵਿੱਚ ਕਿਸ ਤਰ੍ਹਾਂ ਜਿਉਣਾ ਹੈ ਉਹ ਸਮਝ ਲੈਂਦੇ ਹਾਂ, ਪਰ ਜਿਹੜਾ ਸੁੱਖ ਹੈ ਉਹ ਤਾਂ ਜਿਹੜਾ ਆਤਮ ਗਿਆਨੀ ਹੈ, ਬ੍ਰਹਮ ਗਿਆਨੀ ਹੈ, ਉਹੀ ਅੰਦਰ ਦਾ ਸੁੱਖ ਮਾਣ ਸਕਦਾ। ਇਸ ਲਈ ਨਾ ਤੇ ਸੁੱਖ ਬਹੁਤੇ ਧਨ ਵਿੱਚ ਹੈ, ਨਾ ਸੁੱਖ ਵਿਦੇਸ਼ਾਂ ਵਿੱਚ ਹੈ, ਨਾ ਸੁੱਖ ਵੱਡੇ ਵੱਡੇ ਕਾਰੋਬਾਰੀਆਂ ਨੂੰ, ਵੱਡੇ ਵੱਡੇ ਧਨਾੜ ਪੁਰਸ਼ਾਂ ਨੂੰ ਹੈ। ਸੁੱਖ ਤੇ ਕੇਵਲ ਤਾਂ ਕੇਵਲ ਆਤਮ ਗਿਆਨੀ, ਬ੍ਰਹਮ ਗਿਆਨੀ ਨੂੰ, ਜਿਨ੍ਹਾਂ ਨੇ ਆਤਮਾ ਦਾ ਗਿਆਨ ਗੁਰੂ ਕੋਲੋਂ ਪ੍ਰਾਪਤ ਕੀਤਾ ਹੈ। ਇਸ ਲਈ ਇਹਨਾਂ ਨੇ ਗੁਰੂ ਸਾਹਿਬ ਤੋਂ ਉਪਦੇਸ਼ ਲਿਆ, ਆਤਮ ਗਿਆਨੀ ਸਿੱਖ ਬਣੇ ਹਨ, ਲੋਕ ਪਰਲੋਕ ਆਪਣਾ ਸਵਾਰ ਲਿਆ ਤੇ ਸੇਵਾ ਕਰਕੇ ਅਗਿਆਨਤਾ ਨੂੰ ਨਾਸ਼ ਕੀਤਾ ਹੈ। ਡੱਲਾ ਅਪਰ ਭਗੀਰਥ ਜਾਪੂ। ਇਹ ਹੋਰ ਸਿੱਖਾਂ ਦੇ ਨਾਮ ਨੇ ਜਿਹੜੇ ਗੁਰੂ ਸਾਹਿਬ ਜੀ ਦੀ ਸ਼ਰਨ ਚ ਆਏ ਨੇ। ਭਾਈ ਡੱਲਾ, ਭਾਈ ਭਗੀਰਥ ਜਾਪੂ। ਹਾਂਜੀ। ਚੌਥੇ ਨਿਵਲਾ ਮਿਲ ਕਰ ਆਪੂ। ਚੌਥੇ ਸਿੱਖ ਹਨ ਭਾਈ ਨਿਵਲਾ ਜੀ। ਇਹ ਆਪਸ ਵਿੱਚ ਮਿਲ ਕੇ ਆਏ ਹਨ, ਭਾਈ ਡੱਲਾ, ਭਗੀਰਥ ਜਾਪੂ ਤੇ ਨਿਵਲਾ ਜੀ। ਸ੍ਰੀ ਅਰਜਨ ਕੀ ਸਰਣੀ ਆਏ। ਇਹ ਚਾਰੇ ਸਿੱਖ ਮਿਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ ਹਨ। ਕਰ ਜੋਰਤ ਪਦ ਸੀਸ ਨਿਵਾਏ। ਚਾਰਾਂ ਨੇ ਆ ਕੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਰੱਖਿਆ ਹੈ। ਬਾਹਰੋ ਕਰੀ ਅਗਰ ਅਰਦਾਸ। ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ ਹਨ। ਆਮੇ ਉਰ ਸੰਸਾ ਦੇਹੋ ਵਿਨਾਸ਼। ਮਹਾਰਾਜ ਸਾਡੇ ਮਨਾਂ ਵਿੱਚ ਸ਼ੰਕੇ ਨੇ, ਕਿਰਪਾ ਕਰਕੇ ਸਾਡੇ ਸ਼ੰਕੇ ਦੂਰ ਕਰੋ, ਕਿਉਂਕਿ ਮਨਾਂ ਵਿੱਚ ਅਨੇਕਾਂ ਹੀ ਸ਼ੰਕੇ ਹਨ। ਕਈ ਤਾਂ ਆਉਂਦੇ ਨੇ ਕੇਵਲ ਕਾਮਨਾ ਦੇ ਸਹਿਤ ਸਾਨੂੰ ਫਲਾਣਾ ਪਦਾਰਥ ਮਿਲੇ, ਪਰ ਕਈ ਐਸੇ ਜਗਿਆਸੂ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਮਿਲਣ ਦੀ ਆਸਾ ਜਾਗੀ ਹੈ। ਉਹਨਾਂ ਨੂੰ ਕਹਾਂਗੇ ਨਾ ਜਗਿਆਸੂ, ਜਿਨ੍ਹਾਂ ਦੇ ਅੰਦਰ ਆਸਾ ਜਾਗ ਪਈ ਕਿ ਸਾਨੂੰ ਪਰਮਾਤਮਾ ਦੇ ਦੀਦਾਰ ਹੋਣ, ਇਹ ਜੀਵ ਆਤਮਾ ਵਿਛੜੀ ਹੈ ਤੇ ਪਰਮਾਤਮਾ ਵਿੱਚ ਇੱਕਮਿਕ ਹੋ ਜਾਵੇ। ਇਸ ਲਈ ਜਿਹੜੇ ਗਿਆਨਵਾਨ ਨੇ ਉਹ ਫਿਰ ਗੁਰੂ ਤੋਂ ਆ ਕੇ ਆਤਮਾ ਦਾ ਗਿਆਨ ਲੈਂਦੇ ਨੇ। ਇਹਨਾਂ ਚਾਰਾਂ ਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ, ਮਹਾਰਾਜ ਕਿਰਪਾ ਕਰੋ, ਸਾਡੇ ਮਨਾਂ ਵਿੱਚ ਕੁਝ ਸ਼ੰਕੇ ਹਨ, ਉਹ ਆਪ ਜੀ ਦੂਰ ਕਰ ਦਵੋ। ਸ੍ਰੀ ਨਾਨਕ ਪੂਰਨ ਅਵਤਾਰ। ਅਸੀਂ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੂਰਨ ਅਵਤਾਰ ਹਨ। ਭਗਤ ਸਰੂਪ ਧਰਿਓ ਕਰਤਾਰ। ਕਰਤਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਭਗਤੀ ਦਾ ਜਿਹੜਾ ਤਨ ਸੀ ਉਹ ਧਾਰਨ ਕੀਤਾ ਹੈ। ਇੰਝ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਜੀ ਭਗਤੀ ਦਾ ਹੀ ਅਵਤਾਰ ਹਨ, ਕਿਉਂਕਿ ਗੁਰੂ ਸਾਹਿਬ ਜੀ ਦੇ ਕੋਲ ਬਾਣੀ ਚ ਆਪ ਬਚਨ ਪੜ੍ਹਦੇ ਹੋ ਨਾ, ਨਾਨਕ ਕੇ ਘਰ ਕੇਵਲ ਨਾਮ। ਗੁਰੂ ਨਾਨਕ ਸਾਹਿਬ ਜੀ ਦੇ ਘਰ ਗੱਲ ਹੁੰਦੀ ਹੈ ਤੇ ਕੇਵਲ ਨਾਮ ਦੀ, ਸਿਮਰਨ ਦੀ, ਭਗਤੀ ਦੀ, ਭਾਉ ਭਗਤੀ ਦੀ, ਪਰਮਾਤਮਾ ਅਕਾਲ ਪੁਰਖ ਦੀ ਪ੍ਰਾਪਤੀ ਦੀ। ਇਸ ਲਈ ਇੰਝ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਭਗਤੀ ਦਾ ਹੀ ਅਵਤਾਰ ਨੇ ਤੇ ਅਕਾਲ ਪੁਰਖ ਵਾਹਿਗੁਰੂ ਨੇ ਤਨ ਧਾਰਿਆ ਹੈ। ਕੋ ਉਪਾਸਨਾ ਮੁਖ ਬਤਾਈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੋ ਉਪਾਸਨਾ ਮੁਖ ਬਤਾਈ, ਨਿਰਗੁਣ ਕੈ ਸਰਗੁਣ ਕੀ ਗਾਈ। ਮਹਾਰਾਜ ਸਾਨੂੰ ਇਹ ਦੱਸੋ ਕਿ ਕਿਹੜੀ ਉਪਾਸਨਾ ਸਾਨੂੰ ਕਰਨੀ ਚਾਹੀਦੀ। ਗੁਰੂ ਸਾਹਿਬ ਨੇ ਦੱਸੀ ਕਿਹੜੀ ਭਗਤੀ ਅਸੀਂ ਕਰੀਏ। ਨਿਰਗੁਣ ਕੈ ਸਰਗੁਣ ਕੀ ਗਾਈ।
ਨਿਰਗੁਣ ਦੀ ਉਪਾਸਨਾ ਕਰੀਏ ਕਿ ਸਰਗੁਣ ਦੀ, ਕਿਉਂਕਿ ਦੋ ਸਰੂਪ ਦੱਸੇ ਹਨ, ਇੱਕ ਨਿਰਗੁਣ ਇੱਕ ਸਰਗੁਣ। ਜਿਹੜਾ ਸਤ ਚੇਤਨ ਆਨੰਦ ਸਰੂਪ ਪਰਮਾਤਮਾ ਹੈ, ਜਿਹੜੀਆਂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਇਹ ਹੈ, ਉਹ ਸਤ ਰਹਿਣ ਵਾਲਾ ਹੈ, ਚੇਤਨਤਾ ਉਹਦੀ ਸਾਰਿਆਂ ਅੰਦਰ ਹੈ, ਉਹ ਹੈ ਆਨੰਦ ਸਰੂਪ। ਇਹ ਨਿਰਗੁਣ ਸਰੂਪ ਹੈ। ਤੇ ਸਰਗੁਣ ਜਿੰਨੇ ਵੀ ਆ ਸਰੂਪ ਸਰੀਰ ਦਿਸ ਰਹੇ, ਸਾਰਿਆਂ ਵਿੱਚ ਪਰਮਾਤਮਾ ਆਪ ਬੈਠਾ ਹੈ। ਇੰਨੇ ਸਰੂਪ ਉਹਨੇ ਧਾਰੇ ਹੋਏ, ਕਿੱਡਾ ਵੱਡਾ ਸੰਸਾਰ ਹੈ, ਸਾਰੇ ਜੀਵ ਉਹਦਾ ਆਪਣਾ ਹੀ ਸਰੂਪ ਹਨ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਜੇ ਬੈਠਾ ਹੈ ਤੇ ਜੋਤ ਜਗ ਰਹੀ। ਜਿੰਨਾ ਮਰਜੀ ਬੰਦਾ ਗਿਆਨਵਾਨ ਸਿਆਣਾ ਹੈ, ਛਾਲਾਂ ਮਾਰਦਾ, ਪਰ ਜੇ ਜੋਤ ਖਿੱਚ ਲਵੇ ਤੇ ਫਿਰ ਹੈ ਕਿ ਨਿਕਲਿਓ ਫੂਕ ਹੋਏ ਗਇਓ ਸਵਾਹ। ਇਸ ਤੋਂ ਬਾਅਦ ਹੋਰ ਕੁਝ ਨਹੀਂ। ਇਸ ਲਈ ਮਹਾਰਾਜ ਸਾਨੂੰ ਦੱਸੋ ਕਿ ਨਿਰਗੁਣ ਦੀ ਉਪਾਸਨਾ ਜਾਂ ਸਰਗੁਣ ਦੀ ਉਪਾਸਨਾ ਕਰਨੀ ਦੱਸੀ ਹੈ। ਕੋ ਉਪਾਸਨਾ ਮੁਖ ਬਤਾਈ, ਹਾਂ, ਕਿਹੜੀ ਉਪਾਸਨਾ ਇਹਨਾਂ ਵਿੱਚੋਂ ਮੁੱਖ ਹੈ? ਨਿਰਗੁਣ ਕੈ ਸਰਗੁਣ ਕੀ ਗਾਈ, ਨਿਰਗੁਣ ਦੀ ਜਾਂ ਸਰਗੁਣ ਦੀ। ਕਿਮ ਨਿਸ਼ਚੈ ਆਪਣੋ ਪ੍ਰਗਟਾਇਓ, ਕਿਸ ਤਰ੍ਹਾਂ ਜਿਹੜਾ ਭਰੋਸਾ ਹੈ, ਨਿਸ਼ਚਾ ਹੈ, ਉਹ ਸਾਨੂੰ ਰੱਖਣ ਵਾਸਤੇ ਕਿਹਾ ਹੈ। ਕਿਹਦੇ ਤੇ ਅਸੀਂ ਭਰੋਸਾ ਰੱਖੀਏ, ਨਿਰਗੁਣ ਤੇ ਜਾਂ ਸਰਗੁਣ ਤੇ? ਬਹੁ ਸਿੱਖਣ ਕੋ ਪੰਥ ਬਤਾਇਓ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਹੁ ਸਿੱਖਣ ਕੋ ਪੰਥ ਬਤਾਇਓ। ਆਪਣੇ ਸਿੱਖਾਂ ਨੂੰ, ਸ਼ਰਨ ਵਿੱਚ ਆਇਆਂ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਪੰਥ ਰਸਤਾ ਦੱਸਿਆ ਹੈ। ਸ੍ਰੀ ਅਰਜਨ ਸੁਨ ਸਮਤ ਬਤਾਈ, ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਸਿੱਖਾਂ ਨੇ ਕੀਤੀ ਹੈ। ਤੇ ਮਹਾਰਾਜ ਜੀ ਨੇ ਸ਼ੰਕੇ ਦੂਰ ਕਰਨ ਵਾਸਤੇ, ਚੰਗੀ ਮੱਤ ਦੇਣ ਵਾਸਤੇ ਸਤਿਗੁਰਾਂ ਨੇ ਸਾਡੇ ਤਾਈਂ ਵੀ ਇਹ ਉੱਤਰ ਦਿੱਤਾ ਹੈ। ਨਿਸ਼ਫਲ ਅਸ ਸੰਦੇਹ ਉਠਾਈ, ਮਹਾਰਾਜ ਕਹਿੰਦੇ ਗੁਰ ਸਿੱਖੋ, ਇਹ ਸ਼ੰਕਾ ਮਨ ਵਿੱਚ ਉਠਾਉਣਾ ਹੀ ਨਿਸਫਲ ਹੈ। ਇਹ ਸ਼ੰਕਾ ਜਿਹੜਾ ਤੁਹਾਡੇ ਮਨ 'ਚ ਪੈਦਾ ਹੋਇਆ ਹੈ ਨਾ, ਇਹਦਾ ਕੋਈ ਫਲ ਨਹੀਂ, ਇਹ ਨਿਸ਼ਫਲ ਹੈ। ਨਿਰਗੁਣ ਸਰਗੁਣ ਤੋ ਦੋਏ ਕਹੀਆ ਹੈ, ਜਿਹਦੇ ਬਾਰੇ ਤੁਸੀਂ ਕਿਹਾ ਨਿਰਗੁਣ ਦੀ ਪੂਜਾ ਕਰੀਏ ਕਿ ਸਰਗੁਣ ਦੀ, ਇਹਨਾਂ ਦੋਨਾਂ ਬਾਰੇ ਪੁੱਛਿਆ ਹੈ। ਜੋ ਇਨ ਵਿਖੇ ਭੇਦ ਕੁਛ ਲਹੀਆ ਹੈ, ਇਹਨਾਂ ਵਿੱਚ ਭੇਦ ਕੀ ਹੈ? ਤੁਹਾਡੇ ਮਨ ਵਿੱਚ ਇਹ ਖਿਆਲ ਆਇਆ ਕਿ ਭੇਦ ਹੋਵੇ ਤਾਂ ਇਹ ਸਵਾਲ ਕੀਤਾ ਹੈ। ਇਸ ਤਰ੍ਹਾਂ ਜਾਣੋ, ਸ੍ਰੀ ਮੁਖ ਵਾਕ, ਇਹ ਸਤਿਗੁਰਾਂ ਦੇ ਮੁਖ ਦੇ ਬਚਨ ਆਪਾਂ ਗੌੜੀ ਸੁਖਮਨੀ ਦੇ ਵਿੱਚ ਪੜ੍ਹਦੇ ਹਾਂ। ਸ਼ਲੋਕ, ਹਾਂਜੀ। ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਨਿਰਗੁਣ ਨਿਰੰਕਾਰ। ਨਿਰੰਕਾਰ ਜਿਹੜਾ ਅਕਾਲ ਪੁਰਖ ਪਰਮਾਤਮਾ ਆਕਾਰ ਤੋਂ ਰਹਿਤ ਹੈ, ਉਹਦੇ ਸਰੂਪ ਹਨ ਸਰਗੁਣ ਅਤੇ ਨਿਰਗੁਣ। ਇੰਝ ਕਹਿ ਲਓ ਕਿ ਜਦੋਂ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਦੇਹਾਂ ਧਾਰਨ ਕੀਤੀਆਂ, ਸਰਗੁਣ ਸਰੂਪ ਅਸੀਂ ਦੇਖ ਰਹੇ ਹਾਂ, ਤੇ ਨਿਰਗੁਣ ਜਿਹੜਾ ਹੈ ਉਹ ਸਾਰਿਆਂ ਦੇ ਅੰਦਰ ਬੈਠਾ ਹੈ, ਜਿਹੜਾ ਨਹੀਂ ਦਿਸਦਾ ਪਰ ਦਿਸਦਾ ਗਿਆਨਵਾਨਾਂ ਨੂੰ ਹੈ। ਸਤ ਚੇਤਨ ਉਹਦਾ ਆਪਣਾ ਸਰੂਪ ਹੈ। ਸੁਨ ਸਮਾਧੀ ਆਪ, ਫਿਰ ਸੁਨ ਸਮਾਧੀ ਪਰਮਾਤਮਾ ਆਪ ਹੈ। ਇੰਝ ਕਹਿ ਲਓ ਜਦੋਂ ਫੁਰਨਾ ਕੀਤਾ ਤੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਲਿਆ, ਤੇ ਜਦੋਂ ਪਰਮਾਤਮਾ ਵਾਹਿਗੁਰੂ ਜੀ ਫੁਰਨਾ ਆਪਣਾ ਜਿਹੜਾ ਸੰਕੋਚ ਲੈਂਦੇ, ਤੇ ਫਿਰ ਨਿਰਗੁਣ ਸਰਗੁਣ ਤੋਂ ਨਿਰਗੁਣ ਤੇ ਫਿਰ ਸੁਨ ਸਮਾਧੀ। ਸੁਨ ਸਮਾਧੀ ਆਪ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰ। ਜਦੋਂ ਕੁਝ ਵੀ ਨਹੀਂ ਹੈ, ਨਾ ਇਹ ਸਰੀਰ ਤਾਂ ਕਿੱਥੋਂ ਹੋਣੇ, ਇਹ ਦੇਵਤਿਆਂ ਦੀਆਂ ਵੀ ਪੁਰੀਆਂ ਨਹੀਂ ਨੇ, ਆਕਾਸ਼ ਧਰਤੀ ਕੁਝ ਵੀ ਨਹੀਂ ਹੈ, ਫਿਰ ਪਰਮਾਤਮਾ ਵਾਹਿਗੁਰੂ ਜੀ ਸੁਨ ਸਮਾਧੀ ਆਪਣੇ ਆਪ ਦੇ ਵਿੱਚ ਉਹ ਪ੍ਰਕਾਸ਼ਮਾਨ ਹਨ। ਤੇ ਇਹ ਸਾਰੇ ਪਰਮਾਤਮਾ ਵਾਹਿਗੁਰੂ ਦੇ ਆਪਣੇ ਸਰੂਪ ਹਨ। ਆਪਨ ਕੀਆ ਨਾਨਕਾ, ਆਪਨ ਕੀਆ ਨਾਨਕਾ। ਨਾਨਕ ਪਾਦੀ ਮੋਹਰ ਲਾਈ ਹੈ ਸਤਿਗੁਰਾਂ ਨੇ, ਨਾਨਕ ਛਾਪ ਹੈ ਗੁਰਤਾ ਗੱਦੀ ਦੀ। ਆਪਨ ਕੀ, ਆਪ ਹੀ ਪਰਮਾਤਮਾ ਨੇ ਸਰਗੁਣ ਸਰੂਪ ਧਾਰਿਆ ਹੈ। ਉਸ ਸੁਨ ਸਮਾਧੀ ਦੇ ਵਿੱਚ ਬੈਠੇ ਹੋਏ ਦੇ ਅੰਦਰ ਫੁਰਨ ਆਇਆ, ਇੱਕ ਤੋਂ ਬਹੁਤੇ ਰੂਪ ਹੋਵਾਂ, ਫਿਰ ਏਕੋ ਹੰਗ ਸਿਆਮਾ ਬਹੁ ਪਰਜਾਏ ਤੇ। ਮਾਇਆ ਤੋਂ ਫਿਰ ਪਰਮਾਤਮਾ ਨੇ ਸੰਸਾਰ ਦੀ ਉਤਪਤੀ ਕੀਤੀ ਹੈ। ਜਾ ਬੁੱਧ ਕਰ ਕਰਾ ਕਰ ਤਾਰਾ ਪ੍ਰਜਾ ਧਰਤ, ਤਬ ਦੇਹ ਅਪਾਰ। ਜਦੋਂ ਫੁਰਨ ਆਇਆ, ਇੱਕ ਤੋਂ ਬਹੁਤੇ ਰੂਪ ਹੋਵਾਂ, ਕੇਵਲ ਇੱਕ ਫੁਰਨੇ ਦੇ ਨਾਲ ਹੀ ਮਾਇਆ ਜਿਹੜੀ ਹੈ ਉਹਦੇ ਤੋਂ 3 ਗੁਣ ਰਜੋ ਤਮੋ ਸਤੋ। ਇੰਜ ਵੀ ਮੰਨਿਆ ਜਾਂਦਾ ਕਿ 3 ਸ਼ਕਤੀਆਂ ਜਿਹੜੀਆਂ ਉਹ ਪੈਦਾ ਕੀਤੀਆਂ, ਉਹਦੇ ਤੋਂ ਫਿਰ 5 ਤੱਤ, 5 ਤੱਤਾਂ ਤੋਂ ਇਹ ਸਰੀਰ ਬਣਾ ਦਿੱਤੇ। ਤੇ ਜਦੋਂ ਸਮੇਟ ਲੈਂਦੇ ਨੇ ਆਪਣਾ ਫੁਰਨਾ, ਜਬ ਆ ਕਰਕ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭੂ। ਫਿਰ ਇਹ ਦੇਹਾਂ ਜਿਹੜੀਆਂ ਸਾਰੀਆਂ ਸਮਾਪਤ ਹੋ ਕੇ 3 ਗੁਣ ਜਿਹੜੇ ਨੇ ਉਹ ਖਤਮ ਹੋ ਕੇ ਜਿਹੜੀ ਮਾਇਆ ਤਿਲ ਰੂਪ ਹੋ ਕੇ ਪਰਮਾਤਮਾ 'ਚ ਸਮਾ ਜਾਂਦੀ। ਬਣਿਆ ਤੇ ਸਾਰਾ 5 ਤੱਤਾਂ ਦਾ ਹੀ ਹੈ।
ਇਹ ਖੇਲ ਪ੍ਰਮਾਤਮਾ ਦਾ ਆਪਨ ਕੀਆ ਨਾਨਕ, ਆਪ ਹੀ ਪ੍ਰਮਾਤਮਾ ਵਾਹਿਗੁਰੂ ਨੇ ਇਹ ਸਾਰੇ ਸਰੀਰ ਬਣਾਏ ਨੇ, ਸਾਰਾ ਸੰਸਾਰ ਬਣਾਇਆ ਹੈ। ਆਪੇ ਹੀ ਫਿਰ ਜਾਪ, ਇਹ ਰਚਨਾ ਉਸੇ ਪ੍ਰਮਾਤਮਾ ਦੀ ਹੈ, ਫਿਰ ਆਪੇ ਹੀ ਫਿਰ ਜਾਪ। ਕੌਣ ਹੈ ਜੀ ਜਪਣ ਵਾਲਾ? ਇਹ ਭੁਲੇਖਾ ਹੈ, ਫਲਾਣਾ ਜਪ ਰਿਹਾ, ਅਸੀਂ ਜਪ ਰਹੇ ਹਾਂ, ਉਹ ਜਪ ਰਿਹਾ, ਨਹੀਂ। ਆਪਣੇ ਨਾਮ ਨੂੰ ਜਪਣ ਵਾਲਾ ਉਹ ਆਪ ਹੀ ਹੈ। ਜਦੋਂ ਬੈਠਾ ਆਪ ਹੈ ਅੰਦਰ, ਜੋਤ ਉਸੇ ਪ੍ਰਮਾਤਮਾ ਦੀ, ਤੇ ਫਿਰ ਬੰਦਾ ਕਿਸ ਗੱਲ ਦਾ ਮਾਣ ਕਰੇ ਕਿ ਮੈਂ ਜਪ ਸਕਦਾ, ਮੈਂ ਬਾਣੀ ਪੜ੍ਹ ਸਕਦਾ, ਮੈਂ ਸੰਗਤ ਕਰ ਸਕਦਾ, ਸੇਵਾ ਕਰ ਸਕਦਾ? ਨਹੀਂ। ਮਹਾਰਾਜ ਕਹਿੰਦੇ ਹਨ ਆਪੇ ਹੀ ਫਿਰ ਜਾਪ, ਆਪ ਹੀ ਤੁਸੀਂ ਆਪਣੇ ਜਾਪ ਨੂੰ ਆਪ ਹੀ ਜਪਣ ਵਾਲੇ ਹੋ। ਚੌਪਈ ਪਾਰ ਬ੍ਰਹਮ ਨਿਜ ਇੱਛਾ ਕਰਕੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਛਾ ਧਾਰਨ ਕੀਤੀ, ਸਗੁਣ ਸਰੂਪੇ ਆਪਨੋ ਧਰ ਕੇ। ਫਿਰ ਕੀ ਕੀਤਾ? ਇੱਛਾ ਹੀ ਫੁਰਨੇ ਮਾਤਰ ਹੀ ਇਹ ਸਾਰੇ ਸਰੂਪ ਬਣਾ ਦਿੱਤੇ ਆਪਣੇ। ਜਗ ਕੀ ਸਕਲ ਮਿਰਜਾਦ ਕਰਾਵੈ, ਜਗਤ ਦੀ ਸੰਸਾਰ ਦੀ ਮਰਿਆਦਾ ਚਲਾਉਂਦੇ ਹਨ, ਸਭ ਕੀ ਪਾਲਣ ਕਰ ਜੀਵਾਵੈ। ਸਾਰਿਆਂ ਦੀ ਪਾਲਣਾ ਕਰਦੇ ਹਨ ਤੇ ਸਾਰਿਆਂ ਨੂੰ ਜੀਵਨ ਦਾਨ ਦਿੰਦੇ ਨੇ। ਜਿਉਣ ਵਾਲਾ ਕੌਣ ਹੈ? ਜੀਵਨ ਦਾਨ ਦੇਣ ਵਾਲਾ ਉਹ ਤੁਸੀਂ ਆਪ ਹੀ ਹੋ। ਫਿਰ ਪਾਲਣਾ ਕਰਨ ਵਾਲੇ ਵੀ ਆਪ ਹੋ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਵੀ ਤੁਹਾਡੇ ਹੁਕਮ 'ਚ ਹੀ ਚੱਲ ਰਹੇ। ਇਸ ਤਰ੍ਹਾਂ ਤੁਸੀਂ ਸਾਰਿਆਂ ਨੂੰ ਜਨਮ ਦੇ ਕਰਕੇ ਉਹਨਾਂ ਦੀ ਪਾਲਣਾ ਕਰਦੇ ਹੋ, ਸੰਭਾਲ ਕਰਦੇ ਹੋ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੀ ਸੰਭਾਲ ਕਰਨੀ। ਇਹਨਾਂ ਵਿੱਚ 84 ਲੱਖ ਜੂਨਾਂ ਆ ਜਾਂਦੀਆਂ ਨੇ। ਕੀੜੀ ਸਭ ਤੋਂ ਛੋਟੀ, ਹਾਥੀ ਸਭ ਤੋਂ ਵੱਡਾ ਜਾਨਵਰ ਮੰਨਿਆ ਹੈ। ਇਹਨਾਂ ਵਿੱਚ ਜਿੰਨੇ ਜੀਵ ਆ ਗਏ, ਸਾਰਿਆਂ ਨੂੰ ਪਾਲਣ ਵਾਲੇ ਤੁਸੀਂ ਆਪ ਹੀ ਹੋ, ਆਪ ਹੀ ਸੰਭਾਲ ਕਰਦੇ ਹੋ। ਧਾਰੇ ਅਵਤਾਰਨ ਦੁਸ਼ਟ ਵਿਨਾਸ਼ਾ, ਅਵਤਾਰ ਧਾਰ ਕੇ ਦੁਸ਼ਟਾਂ ਦਾ ਨਾਸ਼ ਕਰਦੇ ਹੋ। ਸੁਖ ਸੰਤਨ ਕੇ ਹਿਰਦੈ ਪ੍ਰਕਾਸ਼ਾ, ਅਤੇ ਸੰਤਾਂ ਦੇ ਹਿਰਦੇ ਵਿੱਚ ਸੁਖ ਦੇਣ ਵਾਲੇ ਹੋ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਆਪਣੇ ਸੰਤਾਂ ਨੂੰ ਸੁਖ ਦੇਨੇ ਹੋ। ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਵੈਰੀਆਂ ਨੂੰ ਤੁਸੀਂ ਝੱਟ ਹੀ ਅਵਤਾਰ ਧਾਰ ਕੇ ਖਤਮ ਕਰ ਦੇਣ। ਕਈ ਵਾਰੀ ਸੰਸਾਰ 'ਚ ਦੇਖੀਦਾ ਹੈ, ਕੋਈ ਬਹੁਤ ਵੱਡਾ ਤਾਕਤਵਰ ਵੈਰੀ ਜਨਮ ਲੈ ਕੇ ਆਇਆ, ਜਿਹਦਾ ਮੁਕਾਬਲਾ ਦੁਨੀਆ ਵਿੱਚ ਨਹੀਂ ਸੀ ਕੋਈ ਕਰਨ ਵਾਲਾ, ਫਿਰ ਉਹਨੂੰ ਨਾਸ਼ ਕਰਨ ਵਾਸਤੇ ਆਪ ਹੀ ਸੰਸਾਰ ਵਿੱਚ ਆ ਗਏ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਰੂਪ ਧਾਰਿਆ, ਇਸ ਤਰ੍ਹਾਂ ਅਨੇਕਾਂ ਵਾਰ ਪ੍ਰਮਾਤਮਾ ਵਾਹਿਗੁਰੂ ਆਪ ਅਵਤਾਰ ਧਾਰ ਕੇ ਆਉਂਦੇ ਹੋ, ਦੁਸ਼ਟਾਂ ਦਾ ਨਾਸ਼ ਕਰਦੇ ਹੋ ਤੇ ਸੰਤਾਂ ਦੀ ਸਹਾਇਤਾ ਰੱਖਿਆ ਕਰਦੇ ਹੋ। ਪੁਨ ਸੋਈ ਨਿਰਇਛਤ ਹੋਏ, ਫਿਰ ਉਹੀ ਪ੍ਰਮਾਤਮਾ ਵਾਹਿਗੁਰੂ ਜਦੋਂ ਇੱਛਾ ਰਹਿਤ ਹੋ ਜਾਂਦੇ ਹਨ, ਨਿਰਗੁਣ ਬਨੈ ਆਕਾਰ ਸੋਖ ਹੋਈ। ਫਿਰ ਆਪਣਾ ਸਾਰਾ ਆਕਾਰ ਜਿਹੜਾ ਹੈ ਉਹ ਸਮੇਟ ਲੈਂਦੇ ਹਨ ਤੇ ਨਿਰਗੁਣ ਬਣ ਜਾਂਦੇ ਨੇ। ਦੱਸੋ ਸਰੂਪ ਕਿਸ ਦੇ ਨੇ ਦੋਵੇਂ, ਨਿਰਗੁਣ ਤੇ ਸਰਗੁਣ? ਕੀ ਫਰਕ ਹੋਇਆ ਇਹਨਾਂ ਵਿੱਚ? ਤਾਂ ਮਹਾਰਾਜ ਕਹਿੰਦੇ ਸੰਸਾ ਬਿਰਥਾ ਕਰ ਬੈਠੇ, ਇਹ ਸੰਸਾ ਤੁਸੀਂ ਐਵੇਂ ਖਾਲੀ ਕਰ ਬੈਠੇ ਹੋ। ਕੇਵਲ ਸਮਝਣਾ ਚਾਹੀਦਾ ਕਿ ਨਿਰਗੁਣ ਤੇ ਸਰਗੁਣ ਕੀ ਹੈ। ਜਦੋਂ ਇੰਨੀਆਂ ਦੇਹਾਂ ਧਾਰੀਆਂ, ਉਹ ਨਿਰਗੁਣ ਸਰਗੁਣ ਸਰੂਪ ਹੈ, ਤੇ ਜਦੋਂ ਇੱਛਾ ਰਹਿਤ ਹੋ ਗਏ, ਫਿਰ ਸਾਰਾ ਕੁਝ ਸਮੇਟ ਲਿਆ ਤੇ ਫਿਰ ਨਿਰਗੁਣ ਹੋ ਗਏ। ਜਥਾ ਹੋਏ ਮਹਿਪਾਲਕ ਏਕ, ਹਾਂ, ਹੁਣ ਮਹਾਰਾਜ ਦ੍ਰਿਸ਼ਟਾਂਤ ਦਿੰਦੇ ਨੇ। ਜਿਸ ਤਰ੍ਹਾਂ ਕੋਈ ਇੱਕ ਰਾਜਾ ਹੋਵੇ, ਜਬ ਇੱਛਾ ਕੋ ਧਰਹਿ ਬਵੇਕ। ਹਾਂ, ਜਦੋਂ ਗਿਆਨਵਾਨ ਰਾਜਾ ਇੱਛਾ ਪ੍ਰਗਟ ਕਰਦਾ ਹੈ, ਵਸਤਰ ਸ਼ਸਤਰ ਕੋ ਪਹਿਰੇ ਤਨ ਮੈਂ। ਫਿਰ ਉਹ ਰਾਜਾ ਸੋਹਣੀ ਪੁਸ਼ਾਕ, ਸੋਹਣੇ ਬਸਤਰ ਆਪਣੇ ਤਨ ਤੇ ਧਾਰਨ ਕਰਦਾ ਹੈ, ਬੈਠੇ ਸਭਾ ਬਿਖੈ ਮੁਦ ਮਨ ਮੈਂ। ਤੇ ਸੋਹਣੀ ਪੁਸ਼ਾਕ ਤਨ ਤੇ ਧਾਰ ਕੇ ਬੜਾ ਖੁਸ਼ ਹੋ ਕੇ ਸਭਾ ਦੇ ਵਿੱਚ ਜਾ ਕੇ ਆਪਣੇ ਸਿੰਘਾਸਨ ਤੇ ਗੱਦੀ ਤੇ ਬੈਠਦਾ ਹੈ। ਨਿਜ ਇੱਛਾ ਜਬ ਤਜਬੇ ਧਰੈ, ਜਦੋਂ ਉਹਦੀ ਇੱਛਾ ਇਹ ਹੁੰਦੀ ਹੈ ਤੇ ਫਿਰ ਉਹ ਕੀ ਕਰਦਾ ਹੈ ਕਿ ਸਾਰੀ ਪੁਸ਼ਾਕ ਆਪਣੀ ਆ ਕੇ ਉਤਾਰ ਦਿੰਦਾ ਹੈ, ਸ਼ਸਤਰ ਵਸਤਰ ਤਨ ਤੇ ਪਰ ਹਰੈ। ਆਪਣੇ ਸ਼ਸਤਰ ਬਸਤਰ ਲਾ ਕੇ ਪਰੇ ਰੱਖਦਾ ਹੈ। ਹੋਏ ਇਕਾਕੀ ਸੇਜਾ ਸੋਵੈ, ਫਿਰ ਇਕਾਂਤ ਵਿੱਚ ਆਪਣੀ ਸੇਜਾ ਤੇ ਜਾ ਕੇ ਬਿਰਾਜ ਜਾਂਦਾ ਹੈ। ਤਬ ਤਿਸ ਕੋ ਨਾ ਬਿਲੋਚਣ ਜੋਵੈ, ਫਿਰ ਉਸ ਨੂੰ ਕੋਈ ਪ੍ਰਜਾ ਦੀਆਂ ਅੱਖਾਂ ਨਹੀਂ ਦੇਖਦੀਆਂ। ਇਸੇ ਤਰ੍ਹਾਂ ਹੀ ਹੈ ਨਾ, ਉਹ ਆਮ ਗਰੀਬ ਬੰਦਾ ਸੌਵੇਂ ਤੇ ਉਹਨੂੰ ਸਾਰੇ ਦੇਖ ਕੇ ਲੰਘਦੇ ਨੇ ਕਿ ਫਲਾਣਾ ਸੁੱਤਾ ਹੈ, ਪਰ ਜਦੋਂ ਕੋਈ ਰਾਜਾ ਸੌਂਦਾ ਹੈ ਤੇ ਉਹਨੂੰ ਤਾਂ ਨਹੀਂ ਲੋਕਾਂ ਦੀਆਂ ਅੱਖਾਂ ਦੇਖਦੀਆਂ ਕਿ ਕਿਸ ਤਰ੍ਹਾਂ ਸੁੱਤਾ ਹੈ। ਇਹ ਮਹਾਰਾਜ ਕਹਿੰਦੇ ਸਮਝਣ ਵਾਸਤੇ ਦ੍ਰਿਸ਼ਟਾਂਤ ਦਿੱਤਾ ਹੈ। ਜੋ ਰਾਜਾ ਟਿਕ ਰਹਿ ਪੁਕਾਰਨਾ, ਫਿਰ ਕੋਈ ਰਾਜੇ ਦੇ ਕੋਲ ਜਾ ਕੇ ਪੁਕਾਰ ਕਰੇ, ਲੇਹ ਨਾਮ ਬੋ ਸੁਜਾਸੀ ਉਚਾਰਨ, ਤੇ ਬੜੇ ਪਿਆਰ ਦੇ ਨਾਲ ਰਾਜੇ ਦਾ ਜਸ ਗਾਵੇ, ਰਾਜੇ ਦਾ ਨਾਮ ਲੈ ਕੇ ਉਹਨੂੰ ਪੁਕਾਰ ਕਰੇ, ਉਹਦਾ ਜਸ ਗਾਵੇ। ਜੇ ਨ੍ਰਿਪ ਸਭਾ ਮਾਹੇ ਕੈ ਅੰਤਰ, ਜਿਹੜਾ ਰਾਜਾ ਸਭਾ ਦੇ ਵਿੱਚ ਬੈਠ ਕੇ ਸਾਰਿਆਂ ਦੀ ਫਰਿਆਦ ਸੁਣਦਾ, ਉਹੀ ਰਾਜਾ ਆਪਣੇ ਸਿੰਘਾਸਨ ਤੇ ਪਿਆ ਹੋਇਆ ਜਦੋਂ ਕੋਈ ਪਿਆਰ ਨਾਲ ਜਾ ਕੇ ਦੂਰੋਂ ਖਲੋ ਕੇ ਉਹਦਾ ਜਸ ਗਾਵੇ। ਕਿਉਂਕਿ ਜਦੋਂ ਕੋਈ ਬਹੁਤਾ ਦੁਖਿਆਰਾ ਆ ਜਾਂਦਾ ਹੈ ਨਾ, ਤੇ ਫਿਰ ਉਹ ਰਾਜੇ ਦੇ
ਕੋਲ ਜਾ ਕੇ, ਜਿੱਥੇ ਉਹਦਾ ਮਹਿਲ ਹੈ, ਉਹਦੇ ਆਸਣ ਦੇ ਪਾਸ ਜਾ ਕੇ ਵੀ ਪੁਕਾਰਾਂ ਕਰਦਾ ਹੈ ਕਿ ਮੇਰੀ ਆਵਾਜ਼ ਰਾਜੇ ਦੇ ਕੰਨਾਂ ਤੱਕ ਪਹੁੰਚ ਜਾਵੇ। ਸੁਨਹਿ ਪੁਕਾਰਨ ਸੁਜਸ ਨਿਰੰਤਰ। ਹਾਂ, ਉਹ ਧਰਮੀ ਰਾਜਾ ਜਿਹੜਾ ਹੋਵੇ ਨਾ, ਤੇ ਉਹ ਜਸ ਸੁਣ ਕੇ ਤੇ ਪੁਕਾਰ ਫਰਿਆਦੀ ਦੀ ਸੁਣ ਲੈਂਦਾ ਹੈ। ਪਾਪੀਆਂ ਦੀ ਗੱਲ ਨਹੀਂ ਕੀਤੀ। ਪਾਪੀਆਂ ਦੇ ਕੰਨਾਂ ਦੇ ਵਿੱਚ ਤਾਂ ਕੋਈ ਪ੍ਰਜਾ ਖਲੋਤੀ ਸਭਾ ਵਿੱਚ ਵੀ ਪੁਕਾਰ ਕਰ ਰਹੀ ਹੈ ਤੇ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ। ਦੇਖਦੇ ਹੀ ਆ ਨਾ, ਉਹਨਾਂ ਬਾਰੇ ਗੁਰਦੇਵ ਕਹਿੰਦੇ ਨੇ ਕਲ ਕਾਤੀ ਰਾਜੇ ਕਾ ਸਾਈ। ਉਹ ਜਿਹੜੇ ਕਲਯੁਗ ਦੇ ਸਮੇਂ ਦੇ ਰਾਜੇ ਹਨ, ਉਹ ਇਸ ਤਰ੍ਹਾਂ ਹਨ ਕਿ ਰਾਜੇ ਸ਼ੀ ਮੁਕੱਦਮ ਕੁੱਤੇ। ਉਹਨਾਂ ਨੇ ਆਵਾਜ਼ ਕਿੱਥੇ ਸੁਣਨੀ ਹੈ? ਜਿਹੜੇ ਆਪ ਹੀ ਜ਼ੁਲਮ ਕਰ ਰਹੇ ਹੋਣ। ਇਹ ਧਰਮੀ ਰਾਜਿਆਂ ਦੀ ਗੱਲ ਕੀਤੀ ਹੈ ਕਿ ਜਿਹੜਾ ਧਰਮੀ ਰਾਜਾ ਹੁੰਦਾ ਹੈ, ਪੋਸ਼ਾਕ ਪਾ ਕੇ ਸਭਾ 'ਚ ਬੈਠਦਾ ਹੈ ਤੇ ਫਿਰ ਉਹੀ ਰਾਜਾ ਵਾਪਸ ਆ ਕੇ ਪੋਸ਼ਾਕ ਉਤਾਰ ਦਿੰਦਾ ਹੈ, ਸ਼ਸਤਰ ਇੱਕ ਪਾਸੇ ਰੱਖਦਾ ਹੈ, ਆਪਣੇ ਸਿੰਘਾਸਨ 'ਤੇ ਬਿਰਾਜ ਜਾਂਦਾ ਹੈ। ਕੋਈ ਫਰਿਆਦੀ ਆ ਕੇ ਉਹਦਾ ਜਸ ਗਾ ਕੇ ਉਹਨੂੰ ਪੁਕਾਰ ਸੁਣਾਵੇ ਤੇ ਉਹੀ ਰਾਜਾ ਜਿਹੜਾ ਸਿੰਘਾਸਨ 'ਤੇ ਬੈਠਾ, ਸਭਾ 'ਚ ਬੈਠਾ ਪੁਕਾਰ ਸੁਣਦਾ ਸੀ, ਉਹ ਸੇਜਾਂ ਦੇ ਉੱਤੇ ਪਿਆ ਹੋਇਆ ਵੀ ਉਹਦੀ ਪੁਕਾਰ ਸੁਣ ਲੈਂਦਾ ਹੈ। ਦੋਨੋਂ ਥਲ ਤੇ ਕਰਹਿ ਸਹਾਏ। ਦੋਵਾਂ ਥਾਵਾਂ ਤੇ ਸਹਾਇਤਾ ਕਰਦਾ ਧਰਮੀ ਰਾਜਾ। ਆਪਣੀ ਸਭਾ ਵਿੱਚ ਵੀ ਕੋਈ ਫਰਿਆਦੀ ਆਵੇ ਤੇ ਉਹਦੀ ਵੀ ਫਰਿਆਦ ਸੁਣ ਲੈਂਦਾ ਹੈ, ਤੇ ਜੇ ਸਿੰਘਾਸਨ ਤੇ ਪਿਆ ਹੋਵੇ ਉਹਦੇ ਕੰਨਾਂ 'ਚ ਦੁਖਿਆਰੀ ਦੀ ਆਵਾਜ਼ ਪਵੇ ਕਿ ਮੈਂ ਬਹੁਤ ਦੁਖੀ ਹਾਂ, ਮੇਰੀ ਫਰਿਆਦ ਸੁਣੋ, ਉਹ ਰਾਜੇ ਦੇ ਗੁਣ ਗਾਵੇ, ਜਸ ਕਰੇ ਉਹਦਾ ਕਿ ਤੁਸੀਂ ਬੜੇ ਧਰਮੀ ਹੋ, ਤੁਸੀਂ ਤੇ ਆਪਣੀ ਪ੍ਰਜਾ ਦੀ ਵਾੜ ਬਣ ਕੇ ਰਾਖੀ ਕਰਦੇ ਹੋ ਕਿ ਅੱਜ ਮੈਨੂੰ ਲੋੜ ਪਈ ਹੈ। ਤੇ ਫਰਜ਼ ਤਾਂ ਇਹੋ ਹੀ ਹੈ ਨਾ ਕਿ ਜੇ ਕਿਸੇ ਦੀ ਫਰਿਆਦ ਹੀ ਨਹੀਂ ਸੁਣਨੀ ਤੇ ਫਿਰ ਆਮ ਮਨੁੱਖ ਬਣ ਕੇ ਜੀਵਨ ਬਤੀਤ ਕਰੋ। ਰਾਜੇ ਦਾ ਤੇ ਕੰਮ ਹੈ ਵਾੜ ਬਣ ਕੇ ਪ੍ਰਜਾ ਦੀ ਰਾਖੀ ਕਰਨ। ਤੇ ਉਹ ਰਾਜਾ ਜਿਹੜਾ ਬਾਹਰ ਪੁਕਾਰ ਸੁਣਦਾ ਸੀ, ਉਹ ਸਿੰਘਾਸਨ ਤੇ ਪਿਆ ਵੀ ਫਰਿਆਦ ਸੁਣ ਲੈਂਦਾ ਹੈ। ਸਗਰੇ ਸੰਕਟ ਕੋ ਬਿਨਸਾਏ। ਫਿਰ ਜਿਹੜਾ ਫਰਿਆਦੀ ਹੁੰਦਾ ਉਹਦੀਆਂ ਸਾਰੇ ਸੰਕਟ, ਉਹਦੇ ਦੁੱਖ ਦੂਰ ਕਰ ਦਿੰਦਾ ਹੈ। ਤੁਮ ਸ੍ਰੀ ਨਾਨਕ ਪੰਥ ਬਤਾਇਓ। ਬਸ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਪੰਥ ਦੱਸਿਆ ਹੈ, ਮਾਰਗ ਦੱਸਿਆ ਹੈ ਪਰਮਾਤਮਾ ਦੀ ਪ੍ਰਾਪਤੀ ਦਾ। ਹੁਣ ਸਮਝ ਵਿੱਚ ਆ ਗਿਆ। ਇਹ ਦ੍ਰਿਸ਼ਟਾਂਤ ਮਹਾਰਾਜ ਜੀ ਨੇ ਦਿੱਤਾ ਹੈ ਨਿਰਗੁਣ ਅਤੇ ਸਰਗੁਣ ਦਾ, ਕਿ ਪਰਮਾਤਮਾ ਕਿਸ ਤਰ੍ਹਾਂ ਨਿਰਗੁਣ ਹੈ ਤੇ ਕਿਸ ਤਰ੍ਹਾਂ ਸਰਗੁਣ ਹੈ। ਜਿਸ ਤਰ੍ਹਾਂ ਰਾਜਾ ਸਿੰਘਾਸਨ ਤੇ ਬੈਠਾ ਸੀ, ਪੋਸ਼ਾਕ ਪਾ ਕੇ, ਸ਼ਸਤਰਧਾਰੀ ਹੋ ਕੇ, ਤੇ ਕਿਸੇ ਦੀ ਫਰਿਆਦ ਸੁਣ ਰਿਹਾ ਹੈ, ਉਹ ਰਾਜਾ ਇਸ ਤਰ੍ਹਾਂ ਇਹ ਕਹਿ ਲਓ ਕਿ ਜਿਸ ਤਰ੍ਹਾਂ ਪਰਮਾਤਮਾ ਨੇ ਸਰਗੁਣ ਸਰੂਪ ਧਾਰਿਆ, ਤੇ ਉਹੀ ਰਾਜੇ ਨੇ ਜਾ ਕੇ ਜੇ ਪੋਸ਼ਾਕ ਉਤਾਰ ਦਿੱਤੀ ਹੈ, ਸ਼ਸਤਰ ਇੱਕ ਪਾਸੇ ਰੱਖਤੇ ਨੇ, ਆਪਣੇ ਸਿੰਘਾਸਨ ਤੇ ਜਾ ਕੇ ਬਿਰਾਜਮਾਨ ਹੋਇਆ ਹੈ, ਪਰ ਧਰਮੀ ਰਾਜਾ ਉੱਥੇ ਵੀ ਫਰਿਆਦ ਸੁਣ ਲੈਂਦਾ ਹੈ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਜਦ ਨਿਰਗੁਣ ਸਰੂਪ ਹੋ ਜਾਂਦਾ ਹੈ ਨਾ, ਜਦੋਂ ਨਹੀਂ ਉਹਨੇ ਦੇਹ ਧਾਰ ਕੇ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੇਹ ਕਰਕੇ ਨਹੀਂ, ਸਿੱਖਾਂ ਦਾ ਤੇ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜੋਤ ਗੁਰੂ ਨਾਨਕ ਸਾਹਿਬ ਨੇ ਬਿਰਾਜਮਾਨ ਕੀਤੀ, ਪਰ ਗੁਰੂ ਨਾਨਕ ਸਾਹਿਬ ਤੇ ਹਰ ਥਾਂ ਹਾਜ਼ਰ ਨੇ। ਜਿਹੜਾ ਨਿਰਗੁਣ ਸਰੂਪ ਅਕਾਲ ਪੁਰਖ ਦਾ, ਉਹ ਹਰ ਥਾਂ ਦੇ ਉੱਤੇ ਵਿਆਪਕ ਹੈ। ਜਿਸ ਤਰ੍ਹਾਂ ਰਾਜਾ ਆ ਕੇ ਆਪਣੇ ਸਿੰਘਾਸਨ ਤੇ ਪਿਆ ਸੀ, ਉੱਥੇ ਵੀ ਉਹ ਫਰਿਆਦੀ ਦੀ ਪੁਕਾਰ ਸੁਣ ਲੈਂਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਪਹਿਲਾਂ ਵੀ ਫਰਿਆਦ ਸੁਣਦੇ ਸਨ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੇ ਅਵਤਾਰ ਸਰੀਰ ਕਰਕੇ ਨਹੀਂ ਆਏ ਤੇ ਇਹਦਾ ਮਤਲਬ ਇਹ ਤੇ ਨਹੀਂ ਕਿ ਪਰਮਾਤਮਾ ਹੈ ਨਹੀਂ। ਜਦੋਂ ਕਿਤੇ ਉਹਦੇ ਭਗਤਾਂ ਨੂੰ ਕੋਈ ਮੁਸੀਬਤ ਬਣੀ, ਕੋਈ ਦੁੱਖ ਦੀ ਘੜੀ ਬਣੀ, ਤੇ ਫਿਰ ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ ਸੇਵਕ ਕਉ ਨਿਕਟੀ ਹੋਏ ਦਿਖਾਵੇ। ਉੱਥੇ ਵੀ ਉਹਦੀ ਰੱਖਿਆ ਪਰਮਾਤਮਾ ਵਾਹਿਗੁਰੂ ਆਪ ਕਰਦੇ। ਤੇ ਜੇ ਦੇਹ ਧਾਰ ਕੇ ਬਿਰਾਜਮਾਨ ਨੇ ਤੇ ਫਿਰ ਉਹਨਾਂ ਪਾਸ ਆ ਕੇ ਆਪਾਂ ਫਰਿਆਦ ਕਰਦੇ ਹਾਂ ਤੇ ਆਪਣੇ ਸਿੱਖ ਦੀ ਸਹਾਇਤਾ ਕਰਦੇ ਨੇ। ਇਹ ਪੰਥ, ਇਹ ਰਸਤਾ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸਿਆ ਪਰਮਾਤਮਾ ਦਾ, ਕਿ ਨਿਰਗੁਣ ਵੀ ਉਹਦਾ ਹੀ ਸਰੂਪ ਹੈ ਤੇ ਸਰਗੁਣ ਵੀ। ਭਾਵੇਂ ਕੋਈ ਉਹਦਾ ਨਾਮ ਲੈ ਕੇ ਉਹਨੂੰ ਯਾਦ ਕਰੇ, ਜਿਹੜੀਆਂ ਉਹਨੇ ਦੇਹਾਂ ਧਾਰੀਆਂ ਨੇ ਉਹਦੇ ਵਿੱਚ ਵੀ ਉਹਦੀ ਰੱਖਿਆ ਹੁੰਦੀ ਹੈ। ਤੇ ਜੇ ਕੋਈ ਪ੍ਰਮਾਤਮਾ ਦਾ ਨਿਰੰਕਾਰ ਦਾ ਸਿਮਰਨ ਕਰ ਰਿਹਾ ਹੈ, ਕਿਸੇ ਤਰੀਕੇ ਉਹਨੂੰ ਯਾਦ ਕਰ ਰਿਹਾ, ਉਹਦੀ ਵੀ ਪਰਮਾਤਮਾ ਵਾਹਿਗੁਰੂ ਫਰਿਆਦ ਸੁਣਦੇ ਨੇ ਤੇ ਉਹਦੀ ਰੱਖਿਆ ਕਰਦੇ ਹਨ। ਸਿਮਰਨ ਨਾਮ ਦੋਹਨ ਦਿਸ਼ ਭਾਇਓ। ਹਾਂ, ਦੋਵਾਂ ਦਿਸ਼ਾ ਦੇ ਉੱਤੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹਨੂੰ ਚੰਗਾ ਲੱਗਦਾ ਹੈ। ਇਹ ਪੰਥ, ਇਹ ਮਾਰਗ ਕਿਹਨੇ ਦੱਸਿਆ ਸਾਨੂੰ? ਗੁਰੂ ਨਾਨਕ ਸਾਹਿਬ ਜੀ। ਭਾਈ ਗੁਰਦਾਸ ਜੀ ਦੇ ਵਚਨ ਆਪਾਂ ਪੜ੍ਹਦੇ ਹਾਂ ਨਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਸੰਸਾਰ ਦੀ ਹਾਲਤ ਦੇਖ ਰਹੇ। ਇੱਕ ਕਹਿੰਦਾ ਜਿਹੜਾ ਨਾਮ ਮੈਂ ਲੈ ਰਿਹਾ, ਜਿਹੜਾ ਰਸਤਾ ਮੇਰਾ ਹੈ, ਜਿਹੜੀ ਪੁਸ਼ਾਕ ਮੈਂ ਧਾਰਨ ਕੀਤੀ, ਜਿਹੜੇ ਅਸਥਾਨਾਂ 'ਤੇ ਮੈਂ ਜਾ ਰਿਹਾ ਉਹੋ ਹੀ ਸਹੀ ਨੇ। ਤੇ ਦੂਸਰਾ ਕਹਿ ਰਿਹਾ ਸੀ ਜਿਹੜੇ ਮੈਂ ਧਾਰੇ ਨੇ ਉਹ ਸਹੀ ਨੇ। ਪਰ ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਪੰਥ ਇਹ ਦਿੱਤਾ ਹੈ ਕਿ ਭਲਿਓ ਕੱਪੜਿਆਂ ਕਰਕੇ ਨਾ ਝਗੜੋ, ਥਾਵਾਂ ਕਰਕੇ ਨਾ ਝਗੜੋ, ਅਵਤਾਰਾਂ ਕਰਕੇ ਨਾ ਝਗੜੋ। ਜੇ ਰਾਮ ਕਿਹਾ ਤੇ ਉਹ ਵੀ ਪਾਰ ਹੋਇਆ, ਜਿਨੇ ਰਹੀਮ ਕਹਿ ਦਿੱਤਾ ਉਹਦਾ ਵੀ ਭਲਾ ਹੋਇਆ।
ਭਾਈ ਗੁਰਦਾਸ ਜੀ ਲਿਖਦੇ ਨੇ, ਰਾਮ ਰਹੀਮ ਕਹਾਏਂਦੇ ਇੱਕ ਨਾਮ ਦੋਏ ਰਾਹ ਭੁਲਾਣੇ। ਤੁਸੀਂ ਤਾਂ ਭੁੱਲੇ ਬੈਠੇ ਹੋ, ਦੋਵੇਂ ਰਸਤੇ ਜਾਂਦੇ ਇੱਕੋ ਟਿਕਾਣੇ ਨੇ, ਇੱਕੋ ਥਾਂ ਤੇ ਨੇ। ਰਾਮ ਕਹਿਣ ਵਾਲਾ ਵੀ ਪਾਰ ਹੁੰਦਾ ਹੈ, ਰਹੀਮ ਕਹਿਣ ਵਾਲਾ ਵੀ। ਇਹ ਪੰਥ, ਇਹ ਮਾਰਗ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ ਪਰਮਾਤਮਾ ਦੀ ਪ੍ਰਾਪਤੀ ਦਾ। ਭਾਵੇਂ ਉਹਨੂੰ ਤੁਸੀਂ ਨਿਰਗੁਣ ਨੂੰ ਧਿਆਰੇ ਹੋ, ਭਾਵੇਂ ਸਰਗੁਣ ਨੂੰ ਧਿਆਰੇ ਹੋ, ਬਸ ਗੱਲ ਤੇ ਉਹਨੂੰ ਧਿਆਉਣ ਤੇ ਯਾਦ ਕਰਨ ਦੀ ਹੈ। ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਪੂਰਨ ਤੌਰ ਤੇ ਤਾਂ ਕੋਈ ਵੀ ਤੈਨੂੰ ਭੇਦ ਨੂੰ ਦੱਸ ਨਹੀਂ ਸਕਦਾ, ਸਮਝ ਨਹੀਂ ਸਕਦਾ। ਬਸ ਜਿਹੜਾ ਤੇਰੇ ਨਾਮ ਨੂੰ ਧਿਆਰਿਆ, ਭਾਵੇਂ ਕੋਈ ਕਿਸੇ ਤਰੀਕੇ ਜੁੜਿਆ ਹੈ। ਮਹਾਰਾਜ ਕਹਿੰਦੇ ਗੱਲ ਜੁੜਨ ਦੀ ਹੈ। ਜਿਹੜਾ ਜੁੜ ਗਿਆ ਉਹਦਾ ਜਿਹੜਾ ਹੈ ਦੁੱਖ ਨਾਸ਼ ਹੋਇਆ, ਉਹਦਾ ਭਲਾ ਹੋਇਆ ਹੈ। ਆਪਣੋ ਨਾਮ ਸਗੁਣ ਜੇ ਸੁਣੈ, ਆਪਣਾ ਨਾਮ ਪਰਮਾਤਮਾ ਵਾਹਿਗੁਰੂ ਜਦੋਂ ਸੁਣਦੇ ਹਨ, ਉਹੇ ਸਹਾਇਕ ਸੰਕਟ ਹਨ ਹੈ। ਸਰਗੁਣ ਦਾ ਨਾਮ ਸੁਣ ਕੇ ਵੀ ਆਪਣੇ ਪਿਆਰੇ ਦੇ ਸੰਕਟ ਦੂਰ ਕਰਦੇ ਨੇ, ਉਹਦੀ ਸਹਾਇਤਾ ਕਰਦੇ ਨੇ। ਸਤਿਨਾਮ ਜਾਪਕ ਨਰ ਜਾਣ, ਜਿਹੜੇ ਮਨੁੱਖ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਹਨ, ਨਰਗੁਣ ਕੋ ਪ੍ਰਾਪਤ ਹੋਏ ਗਿਆਨ। ਹਾਂ, ਤੇ ਉਹ ਜੀਵ ਜਿਹੜੇ ਹਨ ਗਿਆਨਵਾਨ ਹੁੰਦੇ ਹਨ। ਦੋਹਰਾ ਨਿਰਗੁਣ ਸਗਨੋ ਉਪਾਸਨਾ, ਹਾਂ, ਜਿਹੜੀ ਨਿਰਗੁਣ ਦੀ ਉਪਾਸਨਾ ਹੈ, ਦੁਐਤੇ ਜਾਣ ਮਹਾਨ। ਹਾਂ, ਨਿਰਗੁਣ ਸਰਗੁਣ ਉਪਾਸਨਾ, ਦੁਐਤੇ ਜਾਨ ਮਹਾਨ। ਨਿਰਗੁਣ ਅਤੇ ਸਰਗੁਣ ਦੋਨਾਂ ਨਾਲੋਂ ਜਿਹੜੀ ਉਪਾਸਨਾ ਹੈ, ਉਹ ਮਹਾਰਾਜ ਕਹਿੰਦੇ ਮਹਾਨ ਕਿਹੜੀ ਹੈ? ਨਿਸਦਿਨ ਕਰਨੇ ਉਪਾਸਨਾ, ਸਤਨਾਮ ਕੀ ਮਾਨ। ਜਿਹੜੇ ਦਿਨ ਰਾਤ ਸਤਨਾਮ ਦਾ ਜਾਪ ਜਪਦੇ ਹਨ, ਉਹ ਸਾਰਿਆਂ ਨਾਲੋਂ ਮਹਾਨ ਹੈ। ਇਹਦਾ ਭਾਵ ਇਹ ਵੀ ਨਹੀਂ ਕਿ ਜੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਉਹਦਾ ਭਲਾ ਨਹੀਂ ਹੋਵੇਗਾ, ਭਲਾ ਹੋਵੇਗਾ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਕੋਈ ਇੱਕ ਨਾਮ ਕਰਕੇ ਝਗੜ ਰਿਹਾ ਹੈ, ਦੂਜਾ ਕਹਿ ਰਿਹਾ ਮੈਂ ਸਰਗੁਣ ਦਾ ਉਪਾਸਕ ਹਾਂ, ਇੱਕ ਕਹਿੰਦਾ ਨਿਰਗੁਣ ਦਾ, ਪਰ ਇਹਨਾਂ ਨਾਲੋਂ ਮਹਾਰਾਜ ਕਹਿੰਦੇ ਜੇ ਮਹਾਨ ਹੈ ਤੇ ਉਹ ਪਰਮਾਤਮਾ ਦਾ ਸਿਮਰਨ ਹੈ। ਤੇ ਸਤਨਾਮ ਦਾ ਅਰਥ ਇਹੋ ਹੀ ਹੈ ਕਿ ਪਰਮਾਤਮਾ ਦਾ ਨਾਮ ਸੱਚਾ ਹੈ। ਤੇ ਜਿਹੜਾ ਵੀ ਆਪਣੇ ਮਤ ਵਿੱਚ, ਆਪਣੇ ਧਰਮ ਵਿੱਚ ਬੈਠਾ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ, ਉਹ ਸਭ ਤੋਂ ਮਹਾਨ ਹੈ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਮਾਰਗ ਰਸਤਾ ਦੱਸਿਆ ਕਿ ਪਰਮਾਤਮਾ ਦੇ ਨਾਮ ਨੂੰ ਧਿਆਓ, ਤਾਂ ਹੀ ਤੁਹਾਡਾ ਭਲਾ ਹੋਵੇਗਾ, ਤਾਂ ਹੀ ਇਹ ਬੰਧਨ ਕੱਟੇ ਜਾਣਗੇ। ਚੌਪਈ ਜੈਸੇ ਰਾਮਚੰਦ ਸਮਰੱਥ, ਜਿਸ ਤਰ੍ਹਾਂ ਦੁਆਪਰ ਤ੍ਰੇਤੇ ਦੇ ਅਵਤਾਰ ਸ਼੍ਰੀ ਰਾਮ ਜੀ ਹੋਏ ਨੇ, ਉਹ ਹਰ ਤਰ੍ਹਾਂ ਕਰਕੇ ਉਸ ਸਮੇਂ ਸਮਰੱਥ ਸਨ। ਉਤਰਨ ਚੈ ਸਾਗਰ ਕੇ ਪਥ, ਹਾਂ, ਉਹਨਾਂ ਨੇ ਕੀਤਾ ਕੀ ਹੈ ਕਿ ਪੰਕਤੀ ਪੜਿਓ ਫਿਰ। ਉਤਰਨ ਚੈ ਸਾਗਰ ਕੋ ਪਥ, ਸਾਗਰ ਨਾਮ ਹੈ ਸਮੁੰਦਰ ਦਾ ਤੇ ਪੰਥ ਨਾਮ ਹੈ ਰਸਤੇ ਦਾ। ਇਸੇ ਤਰ੍ਹਾਂ ਜਦੋਂ ਸਮੁੰਦਰ ਨੂੰ ਪਾਰ ਕਰਨਾ ਸੀ ਤੇ ਉਹਨਾਂ ਨੇ ਪੱਥਰਾਂ ਦੇ ਨਾਲ ਸਮੁੰਦਰ ਨੂੰ ਪਾਰ ਕੀਤਾ ਹੈ। ਜੇਕਰ ਚਾਹੇ ਸੁਕਾਵਹਿ ਜਲ ਕੋ, ਸਮੁੰਦਰ ਦਾ ਰਸਤਾ ਜਿਹੜਾ ਸੀ ਉਹਨਾਂ ਨੇ ਪਾਰ ਕੀਤਾ, ਉਹ ਆਪਾਂ ਸਾਰੇ ਜਾਣਦੇ ਹਾਂ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਵੇਂ ਉਹ ਤ੍ਰੇਤੇ ਦੇ ਅਵਤਾਰ ਹੋਏ, ਜੇ ਚਾਹੁੰਦੇ ਤੇ ਉਹ ਆਪਣੀ ਸਮਰੱਥਾ ਕਰਕੇ ਸਾਰਿਆਂ ਨੂੰ ਸਮੁੰਦਰ ਤੋਂ ਉਸੇ ਤਰ੍ਹਾਂ ਪਾਰ ਕਰ ਸਕਦੇ ਸਨ। ਉਲੰਘਹਿ ਪਾਰ ਲਏ ਕਪ ਦਲ ਕੋ, ਹਾਂ, ਜੇ ਚਾਹੁੰਦੇ, ਜੇਕਰ ਚਾਹੇ ਸੁਖਾਵਤ ਜਲ ਕੋ, ਉਹਨਾਂ ਵਿੱਚ ਸਮਰੱਥਾ ਸੀ। ਜੇ ਚਾਹੁੰਦੇ ਤਾਂ ਸਮੁੰਦਰ ਦੇ ਪਾਣੀ ਨੂੰ ਸੁੱਖ ਦਿੰਦੇ, ਕੋਈ ਕਲਾ ਵਰਤਾ ਦਿੰਦੇ, ਕੋਈ ਸ਼ਕਤੀ ਦਿਖਾਉਂਦੇ ਤੇ ਸਾਰਾ ਸਮੁੰਦਰ ਦਾ ਪਾਣੀ ਰਸਤਾ ਦੇ ਦਿੰਦਾ ਤੇ ਆਪਣੀ ਸਾਰੀ ਜਿਹੜੀ ਨਾਲ ਵਾਨਰ ਸੈਨਾ ਸੀ ਉਹ ਲੈ ਕੇ ਸਮੁੰਦਰ ਪਾਰ ਕਰ ਜਾਂਦੇ। ਉਲੰਘੈ ਪਾਰ ਲਏ ਕਪ ਦਲ ਕੋ, ਹਾਂਜੀ, ਵਾਨਰ ਸੈਨਾ ਲੈ ਕੇ ਉਹ ਸਮੁੰਦਰ ਨੂੰ ਪਾਰ ਕਰ ਜਾਂਦੇ। ਤਉ ਵਿਚਾਰਨ ਐਸੇ ਕਰੈ, ਪਰ ਫਿਰ ਵੀ ਉਹਨਾਂ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਹੈ ਹਮਕੋ ਮਿਲ ਥੋਰੇ ਨਿਸਤਰੈ, ਕਿ ਸਾਨੂੰ ਮਿਲ ਕੇ ਤਾਂ ਥੋੜੇ ਪਾਰ ਹੋਣਗੇ, ਕਿਉਂਕਿ ਜਿਹੜਾ ਸਾਡੇ ਕੋਲ ਆਵੇਗਾ ਭਾਵੇਂ ਅਵਤਾਰ ਵਿੱਚ ਸਮਰੱਥਾ ਹੈ, ਪਰ ਫਿਰ ਪਾਰ ਹੋਵੇਗਾ ਜਿਹੜਾ ਅਵਤਾਰ ਦੇ ਕੋਲ ਆਵੇਗਾ, ਆਪਣਾ ਦੁੱਖ ਦੱਸੇਗਾ ਤੇ ਉਹਨੂੰ ਉਹ ਦੁੱਖ ਤੋਂ ਰਹਿਤ ਕਰਨਗੇ। ਤੇ ਇਸ ਤਰ੍ਹਾਂ ਉਹਨਾਂ ਦੇ ਨਾਲ ਮਿਲ ਕੇ ਥੋੜਿਆਂ ਨੇ ਪਾਰ ਹੋਣਾ ਸੀ। ਨਾਮ ਜਪੈ ਬਹੁ ਕੋ ਕਲਿਆਣ, ਪਰ ਉਹਨਾਂ ਨੇ ਵਿਚਾਰ ਕੀਤੀ ਹੈ ਨਾਮ ਦੀ ਮਹਾਨਤਾ ਹੈ, ਪਰਮੇਸ਼ਰ ਦੇ ਨਾਮ ਦੀ। ਜਿਹੜਾ ਨਾਮ ਹੈ ਉਹ ਸਾਰਿਆਂ ਤੋਂ ਮਹਾਨ ਹੈ। ਨਾਮ ਮਹਾਤਮ ਕੀਨ ਮਹਾਨ, ਇਸ ਲਈ ਉਹਨਾਂ ਨੇ ਨਾਮ ਦਾ ਜਿਹੜਾ ਮਹਾਤਮ ਸੀ ਉਹ ਦਰਸਾਇਆ ਹੈ। ਸਰਵਰ ਪਰ ਗਿਰਵਰ ਪਰ ਤਰ ਭਾਰੀ, ਕੀਤਾ ਕੀ ਹੈ ਕਿ ਸਮੁੰਦਰ ਦੇ ਉੱਤੇ ਉਹਨਾਂ ਨੇ ਜਿਹੜੇ ਭਾਰੀ ਪੱਥਰ ਸਨ ਉਹ ਤਾਰ ਦਿੱਤੇ। ਤਰਵਰ ਕੇ ਪਾਤਨ ਸਮਤਾਰੀ, ਜਿਹੜੇ ਤਰਵਰ ਕੇ ਪਾਤਰ, ਰੁੱਖਾਂ ਦੇ ਜਿਹੜੇ ਪੱਤੇ ਹੁੰਦੇ ਨੇ ਉਹਨਾਂ ਦੇ ਸਮਾਨ, ਜਿਸ ਤਰ੍ਹਾਂ ਪੱਤੇ ਪਾਣੀ ਦੇ ਉੱਤੇ ਤਰਦੇ,
ਇਸ ਤਰ੍ਹਾਂ ਉਹਨਾਂ ਨੇ ਜਿਹੜੇ ਪੱਥਰ ਸਨ ਉਹ ਪਾਣੀ ਤੇ ਤਾਰ ਦਿੱਤੇ, ਲਿਖਿਓ ਨਾਮ ਤਿਨ ਪਰ ਸੋ ਜਨਾਇਓ। ਪਰ ਉਹ ਪੱਥਰ ਤਰੇ ਕਿਸ ਤਰ੍ਹਾਂ? ਉਹਨਾਂ ਨੇ ਪਹਿਲਾਂ ਰਾਮ ਨਾਮ ਲਿਖਿਆ ਪਰਮੇਸ਼ਰ ਦਾ, ਤੇ ਫਿਰ ਉਹ ਜਿਹੜੇ ਪੱਥਰ ਸੀ ਸਮੁੰਦਰ ਦੇ ਉੱਤੇ ਤਾਰੇ। ਲਿਖਿਆ ਹੋਇਆ ਨਾਮ ਸੰਸਾਰ ਨੂੰ ਜਣਾ ਦਿੱਤਾ ਕਿ ਸਾਡੇ ਨਾਲੋਂ ਵੀ ਨਾਮ ਦੀ ਮਹਾਨਤਾ ਹੈ। ਇਹ ਤਾਂ ਹਰ ਸਮੇਂ ਹਰ ਯੁੱਗ ਵਿੱਚ ਇਸ ਤਰ੍ਹਾਂ ਹੋਇਆ, ਪਰ ਮਨੁੱਖੀ ਜਿਹੜਾ ਹੈ ਉਹ ਜਿਹੜਾ ਨਾ ਸਮਝ ਸਕਿਆ ਉਹਨੇ ਝਗੜੇ ਖੜੇ ਕਰ ਲਏ ਕਿ ਮੇਰਾ ਅਵਤਾਰ ਵੱਡਾ, ਮੇਰਾ ਗੁਰੂ ਵੱਡਾ, ਉਹਦੇ ਵਿੱਚ ਸਮਰੱਥਾ ਹੈ। ਇਸੇ ਤਰ੍ਹਾਂ ਹੋਇਆ ਸਮੇਂ ਸਮੇਂ ਅਨੁਸਾਰ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਮਾਰਗ ਦਰਸਾਇਆ ਕਿ ਭਲਿਓ ਸਭ ਤੋਂ ਵੱਡਾ ਹੈ ਨਾਮ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤੇ ਮਹਾਰਾਜ ਜੀ ਨੇ ਸੁਖਾਸਨ ਕੋਠਾ ਸਾਹਿਬ ਪਲੰਘੇ ਦੇ ਉੱਤੇ ਕੀਤਾ ਤੇ ਆਪਣਾ ਆਸਣ ਸਤਿਗੁਰਾਂ ਨੇ ਭੁੰਜੇ ਲਾਇਆ, ਇਹ ਦੱਸਣ ਵਾਸਤੇ ਕਿ ਨਾਮ ਦੀ ਵਿਸ਼ੇਸ਼ਤਾ ਹੈ, ਨਾਮ ਸਾਰਿਆਂ ਨਾਲੋਂ ਵੱਡਾ ਹੈ। ਇਹ ਤੇ ਦ੍ਰਿਸ਼ਟਾਂਤ ਦਿੰਦੇ ਨੇ, ਭਾਵੇਂ ਰਾਮ ਜੀ ਸਮਰੱਥ ਨੇ, ਉਹ ਆਪਣੀ ਕਲਾ ਦੇ ਨਾਲ ਸਮੁੰਦਰ ਤੋਂ ਰਸਤਾ ਲੈ ਸਕਦੇ ਸੀ, ਪਰ ਉਹਨਾਂ ਨੇ ਵਿਚਾਰਿਆ ਕਿ ਮੈਨੂੰ ਮਿਲ ਕੇ ਥੋੜਿਆਂ ਦਾ ਭਲਾ ਹੋਵੇਗਾ, ਪਰ ਨਾਮ ਦੀ ਮਹਾਨਤਾ ਦਰਸ਼ਨ ਵਾਸਤੇ ਕੋਈ ਕਿਤੇ ਬੈਠਾ ਨਾਮ ਜਪੇ ਉਹਦਾ ਭਲਾ ਹੋਵੇਗਾ। ਇਸ ਲਈ ਉਹਨਾਂ ਨੇ ਪੱਥਰ ਦੇ ਉੱਤੇ ਪ੍ਰਮਾਤਮਾ ਦਾ ਨਾਮ ਲਿਖ ਲਿਖ ਕੇ ਉਹ ਪੱਥਰ ਜਿਹੜੇ ਸਨ ਰੁੱਖ ਦੇ ਪੱਤਿਆਂ ਵਾਂਗੂ ਉਤਾਰ ਦਿੱਤੇ। ਸਰਗੁਣ ਤੇ ਬੜ ਨਾਮ ਸੁਹਾਇਓ। ਇਸ ਲਈ ਜਿਹੜਾ ਨਿਰਗੁਣ ਅਤੇ ਸਰਗੁਣ ਤੋਂ ਵੱਡਾ ਜਿਹੜਾ ਸੀ ਉਹ ਨਾਮ ਦਰਸਾਇਆ। ਨਾਮ ਦੀ ਵਿਸ਼ੇਸ਼ਤਾ ਹੈ, ਜਿਹੜਾ ਨਾਮ ਜਪੇਗਾ ਉਹ ਭਵ ਸਾਗਰ ਤੋਂ ਪਾਰ ਹੋਵੇਗਾ। ਇਹਦੀਆਂ ਧਾਰਨਾ ਵੀ ਪੜ੍ਹੀਆਂ ਜਾਂਦੀਆਂ ਰਹੀਆਂ। ਜਿਹੜਾ ਪੱਥਰਾਂ ਤੇ, ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਿਹੜਾ ਪਾਣੀ ਦੇ ਉੱਤੇ ਪੱਥਰ ਤਰਿਆ ਉਹ ਨਾਮ ਕਰਕੇ ਤਰਿਆ ਹੈ। ਇਸ ਲਈ ਨਾਮ ਦੀ ਵਿਸ਼ੇਸ਼ਤਾ ਦੱਸੀ ਹੈ ਕਿ ਕੋਈ ਕਿਸੇ ਤਰ੍ਹਾਂ ਦਾ ਵੀ ਮਨੁੱਖ ਜਿਹੜਾ ਹੈ ਨਾਮ ਜਪੇਗਾ ਉਹ ਭਵ ਸਾਗਰ ਤੋਂ ਪਾਰ ਹੋਵੇਗਾ। ਨਿਰਗੁਣ ਸਰਬ ਸਰੀਰਣ ਮਾਹੀ। ਜਿਹੜਾ ਨਿਰਗੁਣ ਹੈ ਉਹ ਸਾਰੇ ਸਰੀਰਾਂ ਦੇ ਵਿੱਚ ਮੌਜੂਦ ਹੈ। ਸਤ ਚੇਤਨ ਆਨੰਦ ਬਿਨ ਨਾਹੀ। ਸਤ ਚੇਤਨ ਆਨੰਦ, ਇਹ ਸਰੂਪ ਜਿਹੜਾ ਉਹ ਨਿਰਗੁਣ ਸਰੂਪ ਹੈ। ਅੰਤਰ ਬਹਿਰ ਨਿਰੰਤਰ ਵਿਆਪਿਓ। ਅੰਦਰ ਅਤੇ ਬਾਹਰ ਇੱਕ ਪਰਮਾਤਮਾ ਵਾਹਿਗੁਰੂ ਵਿਆਪਕ ਹੋ ਰਿਹਾ ਹੈ। ਚਾਹੇ ਨਰਕ ਜੇ ਨਾਮ ਨਾ ਜਾਪਿਓ। ਹਾਂ, ਜਿਹੜੇ ਨਾਮ ਨਹੀਂ ਜਪਣਗੇ ਉਹ ਨਰਕਾਂ ਦੇ ਭਾਗੀ ਹੋਣਗੇ। ਮਹਾਰਾਜ ਨੇ ਇਹ ਬਚਨ ਬਾਰ-ਬਾਰ ਸਾਨੂੰ ਦ੍ਰਿੜ ਕਰਵਾਇਆ ਹੈ। ਨਾ ਤੇ ਗਿਆਨਵਾਨ ਨੇ ਸੰਸਾਰ ਤੋਂ ਤਰਨਾ ਹੈ, ਨਾ ਧਨਾੜ ਪੁਰਸ਼ ਨੇ, ਨਾ ਬਹੁਤੇ ਸਿਆਣੇ। ਜੇ ਤਰੇਗਾ, ਜੇ ਨਰਕਾਂ ਤੋਂ ਬਚਾਵੇਗਾ ਤੇ ਉਹ ਨਾਮ ਹੈ। ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਨ, ਅੰਤ ਕੋ ਅੰਤ ਕੇ ਧਾਮ ਸਦਾਰੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਭਾਵੇਂ ਵੱਡੇ ਵੱਡੇ ਹਾਥੀ ਸਨ, ਘੋੜੇ ਸਨ, ਛਤਰ ਝੁਲਦੇ ਸਨ, ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਸਨ, ਬੜੇ ਧਨਾੜ ਰਾਜੇ ਹੋਏ, ਪਰ ਮਹਾਰਾਜ ਕਹਿੰਦੇ ਫਿਰ ਕੀ ਹੋਇਆ, ਅੰਤ ਨੂੰ ਤਾਂ ਜਮਾਂ ਦੇ ਘਰ ਨੂੰ ਚਲੇ ਗਏ ਨਾ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇੱਥੇ ਨਾਮ ਦੀ ਮਹਾਨਤਾ ਦੱਸੀ ਹੈ ਕਿ ਜਾਹੇ ਨਰਕ ਜੇ ਨਾਮ ਨਾ ਜਾਪਿਓ। ਜਿਹੜੇ ਨਾਮ ਨਹੀਂ ਜਪਦੇ ਉਹ ਭਾਈ ਨਰਕਾਂ ਨੂੰ ਹੀ ਜਾਣਗੇ। ਜਿਨ ਸਤਨਾਮ ਜਪਿਓ ਕਰ ਪ੍ਰੇਮ। ਜਿਨ੍ਹਾਂ ਨੇ ਪ੍ਰੇਮ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਹੈ। ਅੰਤਿ ਕਰਨ ਬਿਮਲ ਤਿਨ ਸ਼ੇਮ। ਉਹਨਾਂ ਦਾ ਅੰਤਸ਼ਕਰਨ ਹਿਰਦਾ, ਬਿਮਲ ਨਾਮ ਹੈ ਉਜਲ ਦਾ, ਉਜਲ ਹੋ ਗਿਆ। ਮਲ ਮੈਲ ਨੂੰ ਕਹਿੰਦੇ ਨੇ ਤੇ ਬਿਮਲ ਹੁੰਦੀ ਹੈ ਮੈਲ ਤੋਂ ਰਹਿਤ ਹੋ ਗਿਆ। ਕਿਹਨਾਂ ਦਾ ਹਿਰਦਾ? ਜਿਨ੍ਹਾਂ ਨੇ ਸਤਨਾਮ ਜਪਿਓ ਕਰ ਪ੍ਰੇਮ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਨੇ ਪ੍ਰੇਮ ਦੇ ਨਾਲ ਨਾਮ ਜਪਿਆ ਹੈ, ਭਾਵੇਂ ਉਹ ਕਿਸੇ ਮੱਤ ਦਾ ਪ੍ਰਾਣੀ ਹੋਵੇ, ਕਿਸੇ ਪਹਿਰਾਵੇ ਨੂੰ ਪਹਿਨ ਕੇ ਬੈਠਾ ਹੋਵੇ, ਪਰ ਨਾਮ ਦੀ ਵਿਸ਼ੇਸ਼ਤਾ, ਜਿਹੜਾ ਨਾਮ ਜਪਦਾ ਹੈ ਉਹਦਾ ਹੀ ਅੰਤਸ਼ਕਰਨ ਹਿਰਦਾ ਸ਼ੁੱਧ ਹੁੰਦਾ ਹੈ। ਕਿਉਂਕਿ ਇਕੱਲਾ ਪਹਿਰਾਵਾ ਉਹ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ। ਇਕੱਲੇ ਤੀਰ ਤੇ ਨਹਾਉਣ ਦੇ ਨਾਲ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੁੰਦੀ। ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ ਨਾਮ ਜਪਣ ਨਾਲ। ਜੋ ਸਿੱਖਿਆ ਸਾਨੂੰ ਗੁਰਦੇਵ ਨੇ ਦਿੱਤੀ ਹੈ ਉਹ ਬਚਨ ਕਮਾ ਕੇ, ਜਿਨ੍ਹਾਂ ਨੇ ਪ੍ਰੇਮ ਨਾਲ ਨਾਮ ਜਪਿਆ ਉਹਨਾਂ ਦਾ ਅੰਤਸ਼ਕਰਨ ਸ਼ੁੱਧ ਹੋਇਆ ਹਿਰਦਾ। ਫਿਰ ਉਹਨਾਂ ਦੀ ਤਿੰਨ ਛੇਮ, ਛੇਮ ਨਾਮ ਕਲਿਆਣ ਦਾ, ਛੇਮ ਨਾਮ ਸੁਖ ਦਾ ਵੀ ਉਹਨਾਂ ਦੀ ਕਲਿਆਣ ਹੋਈ। ਉਹਨਾਂ ਦਾ ਲੋਕ ਪਰਲੋਕ ਸੁਖੀ ਹੋਇਆ ਹੈ। ਸਿਮਰਤ ਪ੍ਰਾਪਤ ਆਤਮ ਗਿਆਨ। ਸਿਮਰਨ ਕਰਨ ਵਾਲਿਆਂ ਨੂੰ ਆਤਮ ਗਿਆਨ ਪ੍ਰਾਪਤ ਹੋਇਆ ਹੈ। ਜਨਮ ਮਰਨ ਕੋ ਬੰਧਨ ਹਾਣ। ਜਿਨ੍ਹਾਂ ਨੂੰ ਆਤਮ ਗਿਆਨ ਪ੍ਰਾਪਤ ਹੋ ਗਿਆ, ਆਤਮ ਗਿਆਨੀ ਦਾ ਜਨਮ ਮਰਨ ਦਾ ਬੰਧਨ ਕੱਟਿਆ ਜਾਂਦਾ ਹੈ। ਜਨਮ ਮਰਨ ਦੇ ਬੰਧਨ ਪਾਉਣ ਵਾਲੇ ਹੈ ਹੀ ਆ ਵਿਕਾਰ ਹਨ, ਤੇ ਸਭ ਤੋਂ ਵੱਡਾ ਵਿਕਾਰ ਹੈ ਹਉਮੈ। ਤੇ ਜਦੋਂ ਨਾਮ ਜਪਿਆ ਆਤਮਾ ਦਾ ਗਿਆਨ ਪ੍ਰਾਪਤ ਹੋਇਆ ਜੀ। ਹਉਮੈ ਤਾਂ ਸਰੀਰ ਤੱਕ ਹੈ ਨਾ, ਇਹ ਸਰੀਰ ਦੀ ਹਉਮੈ, ਕਿਉਂਕਿ ਕੁਝ ਪ੍ਰਾਪਤ ਕੀਤਾ ਤੇ ਸਰੀਰ ਨੂੰ ਪ੍ਰਾਪਤ ਹੋਇਆ, ਪਰ ਨਾਮ ਨੇ ਚਾਨਣ ਕਰ ਦਿੱਤਾ, ਆਤਮ ਗਿਆਨੀ ਬਣਾ ਦਿੱਤਾ। ਜਿਹੜੇ ਆਤਮ ਗਿਆਨੀ ਹੋ ਗਏ
ਉਹ ਬ੍ਰਹਮ ਗਿਆਨੀ ਜਨਮ ਮਰਨ ਕੇ ਬੰਧਨ ਹਨ, ਉਹਨਾਂ ਦੇ ਜਨਮ ਮਰਨ ਦੇ ਬੰਧਨ ਕੱਟੇ ਗਏ। ਜਾਤੇ ਨਿਰਗੁਣ ਤੇ ਸਤਨਾਮ, ਇਸ ਲਈ ਨਿਰਗੁਣ ਤੋਂ ਸਤਨਾਮ ਜਿਹੜਾ ਪਰਮੇਸ਼ਰ ਦਾ ਨਾਮ ਹੈ। ਹੋਇਆ ਵਿਸ਼ੇਖ ਭਜ ਆਠੋ ਅੰਜਾਮ, ਹਾਂ, ਵਿਸ਼ੇਸ਼ ਮਹਾਰਾਜ ਕਹਿੰਦੇ ਵੱਡਾ ਹੈ, ਇਸ ਲਈ ਭਜ ਜਪੋ। ਕਿੰਨਾ ਚਿਰ ਜਪਣਾ ਹੈ ਜੀ? 8 ਜਾਮ, 8 ਪੈਰੀ 24 ਘੰਟੇ ਹੀ ਇੰਨਾ ਕੁ ਜਪ ਲੈਨੇ ਆ। ਹੁਣ 24 ਘੰਟੇ ਜਪਣ ਦਾ ਤਰੀਕਾ ਉਹ ਵੀ ਸਤਿਗੁਰਾਂ ਨੇ ਸਾਨੂੰ ਬਾਣੀ ਅੰਦਰ ਸਮਝਾਇਆ ਹੈ। ਮਾਰਗ ਚਲਤ ਹਰੇ ਹਰ ਗਾਈਐ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉੱਠਦਿਆਂ ਬਹਿੰਦਿਆਂ ਰਸਤੇ ਤੇ ਜਾਂਦਿਆਂ ਫਿਰ ਮਹਾਰਾਜ ਨੇ ਸਾਨੂੰ ਕਿਹਾ, ਇਹ ਵੀ ਉਪਦੇਸ਼ ਦਿੱਤਾ ਕਿ ਸੌਣ ਲੱਗਿਆਂ ਵੀ ਨਾ ਭੁੱਲੇ, ਸੁੱਤੇ ਪਿਆਂ ਕਿਸ ਤਰ੍ਹਾਂ ਚੱਲੇ। ਉਹ ਭਾਈ ਵੀਰ ਸਿੰਘ ਜੀ ਦੀ ਕਈ ਵਾਰੀ ਆਪਾਂ ਵਿਚਾਰ ਸਾਂਝੀ ਕੀਤੀ ਹੈ ਕਿ ਸੌਣ ਲੱਗਿਆਂ ਵੀ ਜਦੋਂ ਆਪਾਂ ਨੂੰ ਜਾਪ ਦਿੱਤਾ ਹੈ ਕੀਰਤਨ ਸੋਹਲੇ, ਨੀਂਦ ਨਾ ਆਵੇ ਸਿਮਰਨ ਕਰੀਏ, ਕੀਰਤਨ ਸੁਣੀਏ। ਫਿਰ ਭਾਈ ਵੀਰ ਸਿੰਘ ਕਹਿੰਦੇ ਨੇ ਸੁੱਤੇ ਪਿਆਂ ਵੀ ਬਿਰਤੀ ਸੁਰਤ ਉੱਥੇ ਪਹੁੰਚਦੀ। ਭਗਤ ਜੀ ਨੇ ਤਾਂ ਇੱਥੋਂ ਤੱਕ ਕਿਹਾ ਹੈ ਬਚਨ, ਕਬੀਰ ਸੁਪਨੇ ਹੋਂ ਬਰੜਾਏ ਕੈ ਜੇ ਮੁਖ ਨਿਕਸੈ ਰਾਮ। ਯਾਨੀ ਕਿ ਸੁੱਤੇ ਪਿਆਂ ਵੀ ਉਹਨਾਂ ਦੇ ਮੁਖ ਦੇ ਵਿੱਚ ਰਾਮ ਚੱਲਦਾ, ਪਰਮੇਸ਼ਰ ਦਾ ਨਾਮ ਚੱਲਦਾ ਹੈ। ਇਸ ਲਈ ਗੁਰਦੇਵ ਕਹਿੰਦੇ ਨੇ 8 ਪੈਰ ਪਰਮਾਤਮਾ ਦਾ ਭਜਨ ਕਰੀਏ। ਸੁਣ ਸਿੱਖਣ ਗੁਰ ਸੰਗ ਬਖਾਨਾ, ਇਹ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਫਿਰ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਇਹ ਬੇਨਤੀ ਕੀਤੀ ਹੈ। ਸਾਗਰ ਬਾਂਧ ਗਇਓ ਹਨੂਮਾਨਾ, ਮਹਾਰਾਜ ਅਸੀਂ ਇਹ ਵੀ ਸੁਣਿਆ ਹੈ ਕੁਝ ਸਨਾਤਨੀ ਮਤ ਵਾਲੇ ਵੀਰਾਂ ਕੋਲੋਂ ਕਿ ਸਾਗਰ ਫਾਂਦ ਗਇਓ ਹਨੂਮਾਨਾ। ਹਨੂਮਾਨ ਬਾਰੇ ਵੀ ਦੱਸਦੇ ਨੇ ਕਿ ਉਹ ਤਾਂ ਸਾਗਰ ਸਮੁੰਦਰ ਨੂੰ ਉੱਪਰੋਂ ਦੀ ਜਿਹੜਾ ਸੀ ਲੰਘ ਗਿਆ, ਉਹਨੇ ਤਾਂ ਸਮੁੰਦਰ ਵਿੱਚ ਪੈਰ ਵੀ ਨਹੀਂ ਪਾਇਆ। ਨਾਮ ਅਲੰਬ ਅਪਰਨੇ ਲੀਨ, ਹਾਂ, ਸਾਗਰ ਫਾਂਦ, ਫਾਂਦ ਨਾਮ ਹੈ ਟੱਪ ਜਾਣਾ, ਉਹ ਤਾਂ ਉੱਪਰੋਂ ਦੀ ਟੱਪ ਕੇ ਚਲਾ ਗਿਆ। ਨਾਮ ਅਲੰਬ ਅਪਰਨੇ ਲੀਨ, ਤੇ ਹੋਰ ਜਿਹੜੀ ਉਹਦੀ ਵਾਨਰ ਸੈਨਾ ਸੀ ਉਹਨਾਂ ਨੇ ਨਾਮ ਦਾ ਸਹਾਰਾ ਲਿਆ, ਕਿਉਂਕਿ ਪੱਥਰਾਂ ਤੇ ਨਾਮ ਲਿਖਿਆ ਸੀ, ਉਹਨਾਂ ਨੇ ਨਾਮ ਦਾ ਸਹਾਰਾ ਲਿਆ। ਪੁਲ ਪਰ ਕਪਦਲ ਉਲੰਘਣ ਕੀਨ, ਪੁਲ ਦੇ ਉੱਤੋਂ ਕੱਪ ਦਲ, ਕੱਪ ਨਾਮ ਵਾਨਰਾਂ ਦਾ ਹੈ, ਜਿਹੜੀ ਵਾਨਰ ਸੈਨਾ ਸੀ ਉਹ ਸਾਰੀ ਲੰਘ ਗਈ। ਜ਼ਿਕਰ ਤਾਂ ਇਹਦਾ ਹਨੂਮਾਨ ਜੀ ਦਾ ਬਾਣੀ 'ਚ ਵੀ ਪੜ੍ਹਦੇ ਹਾਂ, ਹਨੂਮਾਨ ਸਰ ਗਰੁੜ ਸਮਾਨ। ਇਸ ਲਈ ਭਗਤ ਜੀ ਨੇ ਉੱਥੇ ਵੀ ਜ਼ਿਕਰ ਕੀਤਾ ਹੈ। ਇੰਝ ਕਹਿ ਲਓ, ਕਹਿੰਦੇ ਕਿ ਜਿਹੜਾ ਹਨੂਮਾਨ ਸੀ ਉਹ ਟੱਪ ਕੇ ਚਲਾ ਗਿਆ, ਬਾਕੀਆਂ ਨੇ ਨਾਮ ਦਾ ਸਹਾਰਾ ਲਿਆ। ਬਾਕੀ ਜਿਹੜੀ ਵਾਨਰ ਸੈਨਾ ਸੀ ਉਹ ਪੱਥਰਾਂ ਰਾਹੀਂ ਪਾਰ ਹੋਈ ਹੈ। ਸੋ ਨਿਜ ਬਲ ਤੇ ਕੂਦ ਗਇਓ ਹੈ, ਉਹ ਤਾਂ ਜਿਹੜਾ ਹਨੂਮਾਨ ਆਪਣੇ ਬਲ ਦੇ ਨਾਲ ਹੀ ਸਮੁੰਦਰ ਨੂੰ ਲੰਘ ਗਿਆ, ਕੁੱਦ ਗਿਆ। ਸੁਧ ਦੇ ਰਾਮ ਪ੍ਰਸੰਨ ਕੀਓ ਹੈ, ਰਾਮ ਜੀ ਨੂੰ ਆ ਕੇ ਖਬਰ ਦਿੱਤੀ ਸੀ, ਕਿਉਂਕਿ ਜਿਹੜਾ ਪਤਾ ਸੀ ਰਾਮਾਇਣ ਦੇ ਕਥਨ ਅਨੁਸਾਰ ਕਿ ਉਹ ਹਨੂਮਾਨ ਪਹਿਲਾਂ ਜਾ ਕੇ ਲੰਕਾ ਤੋਂ ਲੈ ਕੇ ਆਏ ਸਨ। ਇਸ ਲਈ ਉਹਨਾਂ ਨੇ ਆ ਕੇ ਰਾਮ ਜੀ ਨੂੰ ਖਬਰ ਦਿੱਤੀ ਤੇ ਪ੍ਰਸੰਨ ਕੀਤਾ ਸੀ। ਸ੍ਰੀ ਅਰਜਨ ਪੁਨ ਸੁਣਤ ਬਖਾਨਾ, ਸੁਣ ਕੇ ਗੁਰਦੇਵ ਨੇ ਉੱਤਰ ਦਿੱਤਾ ਹੈ, ਸਿਮਰਤ ਰਾਮ ਨਾਮ ਹਨੂਮਾਨਾ। ਕਹਿਣ ਲੱਗੇ ਉਹ ਟੱਪਿਆ ਵੀ ਤਾਂ, ਉਹ ਕੁੱਦਿਆ ਵੀ ਤਾਂ ਜਿਹੜਾ ਸਿਮਰਦਾ ਸੀ ਪ੍ਰਮਾਤਮਾ ਦੇ ਨਾਮ ਨੂੰ, ਕਿਉਂਕਿ ਨਾਮ ਦੀ ਵਿਸ਼ੇਸ਼ਤਾ ਹੈ ਸਿਮਰਤ ਰਾਮ ਨਾਮ ਹਨੂਮਾਨਾ। ਉਹਨੇ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ। ਬਹੁਰ ਮੁਦਰਕਾ ਲਈ ਪਿਆਨਾ, ਫਿਰ ਉਹ ਮੁੰਦਰਕਾ ਲੈ ਕੇ, ਮੁੰਦਰੀ ਲੈ ਕੇ ਗਿਆ ਸੀ। ਇਸ ਪਰ ਰਾਮ ਨਾਮ ਸਭ ਜਾਨਾ, ਉਸ ਮੁੰਦਰੀ ਦੇ ਉੱਤੇ ਵੀ ਜਿਹੜਾ ਨਾਮ ਸੀ ਉਹ ਲਿਖਿਆ ਸੀ। ਨਾਮ ਪ੍ਰਤਾਪ ਪਰ ਪਾਰ ਪਰ ਗਇਓ, ਉਹ ਨਾਮ ਦੇ ਪ੍ਰਤਾਪ ਕਰਕੇ ਪਾਰ ਹੋ ਗਿਆ ਸਮੁੰਦਰ। ਕੁਛ ਵਿਖਾਦ ਤਨ ਹੋਤ ਨਾ ਭਇਓ, ਕੋਈ ਵੀ ਦੁੱਖ ਜਿਹੜਾ ਸੀ ਉਹਦੇ ਸਰੀਰ ਨੂੰ ਨਾ ਲੱਗ ਸਕਿਆ। ਜਾਤੇ ਨਾਮ ਮਹਾਤਮ ਭਾਰੋ, ਇਸ ਲਈ ਨਾਮ ਦਾ ਜਿਹੜਾ ਮਹਾਤਮ ਹੈ ਬਹੁਤ ਭਾਰਾ ਹੈ। ਇਹ ਸਾਰੇ ਅਵਤਾਰਾਂ ਨੇ ਹਰ ਯੁੱਗ ਵਿੱਚ ਕਿਹਾ ਹੈ ਕਿ ਭਲਿਓ ਜੇ ਪਾਰ ਹੋਣਾ ਤੇ ਨਾਮ ਜਪੋ। ਨਾਮ ਦਾ ਪ੍ਰਤਾਪ ਸਾਰਿਆਂ ਨਾਲੋਂ ਵੱਡਾ ਹੈ। ਸਿਮਰਤ ਰਹਿ ਜਗ ਸਿੰਧ ਸੁਖਾਰੋ, ਜਿਹੜਾ ਜਪਦਾ ਹੈ ਉਹ ਸੰਸਾਰ ਸਾਗਰ ਨੂੰ ਸੁਖਾਲਾ ਪਾਰ ਕਰ ਜਾਂਦਾ ਹੈ। ਤਿਨ ਜਾਨੋ ਜੋ ਹੈ ਬ੍ਰਹਮ ਗਿਆਨੀ, ਇਸ ਲਈ ਜਾਣੋ ਤਿਮ ਜਾਨੋ ਜੋ ਹੈ ਬ੍ਰਹਮ ਗਿਆਨੀ। ਜਿਹੜਾ ਬ੍ਰਹਮ ਗਿਆਨੀ ਹੈ ਜਗ ਸਾਗਰ ਉਲੰਘੈ ਬਲ ਠਾਨੀ, ਉਹ ਬਲ ਦੇ ਨਾਲ ਸੰਸਾਰ ਸਾਗਰ ਨੂੰ ਤਰ ਜਾਂਦਾ ਹੈ, ਕਿਉਂਕਿ ਉਹਨੂੰ ਆਤਮਾ ਦਾ ਗਿਆਨ ਹੋ ਗਿਆ ਨਾ, ਤੇ ਉਹਨੇ ਆਪਣੇ ਜਿਹੜੇ ਵਿਕਾਰਾਂ ਨੂੰ ਭਗਤੀ ਕਰਕੇ ਖਤਮ ਕਰ ਦਿੱਤਾ। ਗਿਆਨਵਾਨ ਹੋਣ ਕਰਕੇ ਵਿਕਾਰਾਂ ਵੱਲ ਮੂੰਹ ਨਹੀਂ ਕੀਤਾ। ਜਦੋਂ ਕੋਈ ਪਾਪ ਹੀ ਨਹੀਂ ਕੀਤਾ ਬ੍ਰਹਮ ਗਿਆਨੀ ਨੇ, ਤੇ ਫਿਰ ਉਹ ਆਤਮ ਗਿਆਨੀ ਜਿਹੜਾ ਸੀ ਉਹ ਆਪਣੇ ਬਲ ਦੇ ਨਾਲ ਇਹ ਸੰਸਾਰ ਸਾਗਰ ਤੋਂ ਪਾਰ ਹੋਇਆ ਹੈ। ਬਿਰਲੇ ਨਰ ਹੋਵਤ ਹੈ ਆਸੀ, ਪਰ ਇਹ ਵਿਰਲੇ ਨਰ ਐਸੇ ਹੁੰਦੇ ਨੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਜਿਹੜੇ ਬ੍ਰਹਮ ਗਿਆਨੀ ਉਹ ਕਰੋੜਾਂ ਚੋਂ ਕੋਈ ਵਿਰਲਾ ਹੈ। ਹਨੂਮਾਨ ਕਪ ਦਲ ਮਹਿ ਜਾਸੀ, ਜਿਸ ਤਰ੍ਹਾਂ ਹਨੂਮਾਨ ਦੇ ਵਾਨਰ ਸੈਨਾ ਦੇ ਵਿੱਚ ਸਾਰੇ ਸਨ। ਨਾਮ ਸੇਤ ਪਰ ਨਿਰਬਲ ਬਲੀ, ਹਾਂ, ਨਾਮ ਦੇ ਪੁਲ ਦੇ ਉੱਤੇ ਫਿਰ ਭਾਵੇਂ ਕੋਈ ਨਿਰਬਲ ਸੀ,
ਭਾਵੇਂ ਕੋਈ ਬਲੀ ਸੀ, ਰੁਜੀ ਲੰਗਰੇ ਸਭ ਵਿਦ ਭਲੇ। ਭਾਵੇਂ ਕੋਈ ਰੋਗੀ ਸੀ ਤੇ ਭਾਵੇਂ ਕੋਈ ਲੰਗੜਾ ਸੀ, ਹਰ ਤਰ੍ਹਾਂ ਕਰਕੇ ਸਾਰੇ ਪਾਰ ਹੋਏ ਹਨ। ਸਨੇ ਸਨੇ ਪਰ ਪਾਰ ਸੁਖਾਰੇ। ਹੌਲੀ ਹੌਲੀ ਸੁਖਾਲੇ ਹੀ ਪੁਲ ਨੂੰ ਪਾਰ ਕਰ ਗਏ। ਬਿਨਾ ਜਤਨ ਆਨੰਦ ਉਰ ਧਾਰੇ। ਬਹੁਤਾ ਕੋਈ ਯਤਨ ਨਹੀਂ ਕਰਨਾ ਪਿਆ ਤੇ ਪਾਰ ਕਰਕੇ ਸਮੁੰਦਰ ਨੂੰ ਬਹੁਤਾ ਆਨੰਦ ਧਾਰਿਆ। ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਜਿਸ ਤਰ੍ਹਾਂ ਸਾਰੀ ਵਾਨਰ ਸੈਨਾ ਪੱਥਰਾਂ ਤੋਂ ਪਾਰ ਹੋ ਗਈ, ਉਹਦੇ ਵਿੱਚ ਕੁਝ ਰੋਗੀ ਵੀ ਹੋਣਗੇ ਨਾ, ਕੁਝ ਲੰਗੜੇ ਵੀ ਹੋਣਗੇ, ਪਰ ਸਾਰਿਆਂ ਨੇ ਸਮੁੰਦਰ ਨੂੰ ਪਾਰ ਕੀਤਾ ਤੇ ਬੜਾ ਆਨੰਦ ਮਾਣੇ। ਇਸੇ ਤਰ੍ਹਾਂ ਤੇ ਜਿਹੜਾ ਆਪ ਹਨੂਮਾਨ ਸੀ, ਉਹ ਇਸ ਤਰ੍ਹਾਂ ਕਹਿ ਲਓ ਕਿ ਜਿਸ ਤਰ੍ਹਾਂ ਕੋਈ ਬ੍ਰਹਮ ਗਿਆਨੀ, ਉਹ ਆਪ ਇਕੱਲਾ ਆਪਣੇ ਬਲ ਦੇ ਨਾਲ ਪਾਰ ਹੋਇਆ। ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਆਤਮ ਗਿਆਨੀ ਨੇ, ਉਹ ਸੰਸਾਰ ਸਾਗਰ ਤੋਂ ਆਪਣੇ ਆਤਮ ਗਿਆਨੀ ਹੋਣ ਕਰਕੇ ਪਾਰ ਹੋ ਜਾਂਦੇ। ਪਰ ਮਹਾਰਾਜ ਕਹਿੰਦੇ ਨਾਮ ਇੰਨਾ ਵੱਡਾ ਹੈ, ਜਿਸ ਤਰ੍ਹਾਂ ਪੁਲ ਦੇ ਉੱਤਰੋਂ, ਪੱਥਰਾਂ ਦੇ ਪੁਲ ਤੋਂ ਜਿਹਦੇ ਤੇ ਨਾਮ ਲਿਖਿਆ ਸੀ, ਸਾਰੇ ਪਾਰ ਹੋ ਗਏ। ਨਾਮ ਜਪਣ ਵਾਲਾ ਕੋਈ ਬਲੀ ਹੋਵੇ, ਭਾਵੇਂ ਕੋਈ ਬਲ ਵਾਲਾ ਨਾ ਹੋਵੇ, ਭਾਵੇਂ ਕੋਈ ਰੋਗੀ ਹੋਵੇ, ਭਾਵੇਂ ਕੋਈ ਲੰਗੜਾ ਹੋਵੇ, ਕਾਲਾ ਹੋਵੇ, ਚਿੱਟਾ ਹੋਵੇ, ਕੋਈ ਵੀ ਨਾਮ ਨੂੰ ਜਪਦਾ ਹੈ, ਉਹ ਸੰਸਾਰ ਸਮੁੰਦਰ ਨੂੰ ਸੁਖਾਲਾ ਪਾਰ ਕਰ ਜਾਂਦਾ ਹੈ। ਨਿਰਸ ਵਿਸੈ ਸਭ ਤੇ ਮਨ ਹੋਏ। ਉਹਦਾ ਜਿਹੜਾ ਮਨ ਹੈ ਉਹ ਵਿਸ਼ਿਆਂ ਤੋਂ, ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਬ੍ਰਹਮ ਗਿਆਨ ਅਭਿਆਸੀ ਕੋਏ। ਬ੍ਰਹਮ ਗਿਆਨ ਦਾ ਅਭਿਆਸੀ ਕੋਈ ਵਿਰਲਾ ਹੁੰਦਾ ਹੈ। ਜਾਤੇ ਲਖੋ ਭਗਤ ਪ੍ਰਭੂ ਸੁਰਨੀ। ਇਸ ਲਈ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਪ੍ਰਭੂ ਦੀ ਭਗਤੀ ਵੱਡੀ ਹੈ। ਸਿਮਰਹਿ ਨਾਮ ਸੁਗਮ ਸੁਖ ਕਰਨੀ। ਜਿਹੜਾ ਨਾਮ ਦਾ ਸਿਮਰਨ ਕਰਦਾ ਹੈ, ਉਹ ਸੌਖਾ ਸੰਸਾਰ ਤੋਂ ਤਰਦਾ ਹੈ। ਪਾਪੀ ਪੁੰਨੀ ਮੂੜ ਸੁਰਨੀ। ਭਾਵੇਂ ਕੋਈ ਪਾਪੀ ਹੈ, ਪੁੰਨੀ ਹੈ, ਮੂਰਖ ਹੈ, ਜਿਹੜਾ ਵੀ ਨਾਮ ਜਪੇਗਾ, ਪਾਰ ਪਰੇ ਕਰ ਭਗਤ ਮਹਾਨ। ਹਾਂ, ਜਾਂ ਤੇ ਲਖੋ ਭਗਤ ਪ੍ਰਭ ਸ਼ਰਨੀ, ਸਿਮਰੈ ਨਾਮ ਸੁਗਮ ਸੁਖ ਕਰਨੀ। ਪਾਪੀ ਪੁੰਨੀ ਮੂੜ ਸੁਜਾਨ, ਪਾਰ ਪਰੇ ਪਰ ਭਗਤ ਮਹਾਨ। ਭਾਵੇਂ ਕੋਈ ਪਾਪੀ ਜਪ ਲਏ, ਭਾਵੇਂ ਕੋਈ ਪੁੰਨੀ, ਭਾਵੇਂ ਮੂਰਖ, ਭਾਵੇਂ ਕੋਈ ਸਿਆਣਾ, ਜਿਹੜਾ ਵੀ ਨਾਮ ਨੂੰ ਜਪੇਗਾ, ਭਗਤੀ ਕਰੇਗਾ, ਉਹ ਸੰਸਾਰ ਸਾਗਰ ਤੋਂ ਪਾਰ ਹੋਵੇਗਾ। ਜਾਤੇ ਤੁਮ ਸਿਮਰੋ ਸਤਨਾਮ। ਇਸ ਲਈ ਪਿਆਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਤੁਸੀਂ ਨਾਮ ਦਾ ਸਿਮਰਨ ਕਰੋ। ਰਹੀਆ ਸਤ ਸੰਗਤ ਕੀ ਸ਼ਾਮ। ਫਿਰ ਸਿਮਰਨ ਕਰਨਾ ਹੈ, ਪਰ ਸੰਗਤ ਦੀ ਸ਼ਰਨ ਵਿੱਚ ਰਹਿ ਕੇ, ਕਿਉਂਕਿ ਜਦੋਂ ਬੰਦਾ ਇਕੱਲਾ ਸਿਮਰਨ ਕਰਦਾ, ਸੰਗਤ ਨਹੀਂ ਕਰਦਾ, ਉਹਨੂੰ ਇਸ ਗੱਲ ਦਾ ਮਾਣ ਹੋ ਜਾਂਦਾ ਹੈ ਕਿ ਮੈਂ ਬ੍ਰਹਮ ਗਿਆਨੀ ਬਣ ਗਿਆ, ਮੈਂ ਇੰਨੇ ਪਾਠ ਕਰ ਲੈਣਾ, ਮੈਂ ਤਾਂ ਇੰਨਾ ਚਿਰ ਬਹਿ ਲੈਣਾ। ਪਰ ਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ ਕਿ ਜਿੱਥੇ ਅਸੀਂ 1 ਘੰਟਾ ਬੈਠੇ ਸੀ ਤੇ 8 ਘੰਟੇ ਬੈਠਣ ਵਾਲੇ ਵੀ ਹੈ, ਇੰਨਾ ਸਿਮਰਨ ਕਰਨ ਵਾਲੇ। ਸਾਡੇ ਤੋਂ ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣਾ ਮੇਰਾ ਨਾਉ ਜੀ। ਫਿਰ ਮਾਣ ਨਹੀਂ ਆਉਂਦਾ, ਤੇ ਜਿਹਦੇ ਅੰਦਰ ਕਮਾਈ ਕਰਕੇ ਮਾਣ ਨਾ ਆਵੇ, ਉਹੀ ਸੰਸਾਰ ਸਾਗਰ ਤੋਂ ਤਰਦਾ। ਇਸ ਲਈ ਮਹਾਰਾਜ ਕਹਿੰਦੇ ਨਾਮ ਵੱਡਾ ਹੈ, ਇਹਦਾ ਸਿਮਰਨ ਕਰੋ, ਸੰਗਤ ਦੀ ਸ਼ਰਨ ਵਿੱਚ ਰਹੋ। ਸੁਣ ਸਿੱਖਾਂ ਨੂੰ ਉਪਦੇਸ਼ ਕਮਾਇਓ। ਇਹ ਬਚਨ ਸੁਣ ਕੇ ਗੁਰੂ ਸਾਹਿਬ ਦਾ ਤੇ ਸਿੱਖਾਂ ਨੇ ਕਮਾਈ ਕੀਤੀ ਹੈ। ਗੁਰ ਕੀ ਸ਼ਰਨ ਰਹੇ ਸੁਖ ਪਾਇਓ। ਗੁਰੂ ਸਾਹਿਬ ਦੀ ਸ਼ਰਨ ਵਿੱਚ ਰਹਿ ਕੇ ਬਹੁਤਾ ਸੁਖ ਪਾਇਆ। ਕਥਾ ਕੀਰਤਨ ਏਕ ਚੁੱਤ ਸੁਣੇ। ਇੱਕ ਚਿੱਤ ਹੋ ਕੇ ਕਥਾ ਕੀਰਤਨ ਸੁਣਦੇ ਹਨ। ਹੋਏ ਇਕਾਂਤ ਤਬ ਹਰ ਹਰ ਭਣੈ। ਜਦੋਂ ਇਕਾਂਤ ਵਿੱਚ ਬੈਠਦੇ ਨੇ, ਫਿਰ ਵਾਹਿਗੁਰੂ 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 ਭਣੈ ਦਾ ਅਰਥ ਹੈ ਉਚਾਰਦੇ। ਸੰਗਤ ਵਿੱਚ ਆਉਂਦੇ ਨੇ, ਕਥਾ ਤੇ ਕੀਰਤਨ ਇੱਕ ਚਿੱਤ ਹੋ ਕੇ ਪ੍ਰੇਮ ਨਾਲ ਸੁਣਦੇ। ਇਕਾਂਤ ਵਿੱਚ ਤੁਰੇ ਜਾਂਦੇ ਆ, ਕੰਮ ਕਰਦੇ ਆ, ਜਦੋਂ ਵੀ ਬੈਠਦੇ ਨੇ ਕਿਤੇ, ਫਿਰ ਉਹ ਗੁਰੂ ਗੁਰੂ ਜਪਦੇ ਹਨ। ਸ੍ਰੀ ਅਰਜਨ ਕੋ ਸੇਵਤ ਰਹਾ। ਗੁਰੂ ਅਰਜਨ ਦੇਵ ਸਾਹਿਬ ਦੀ ਸੇਵਾ ਵਿੱਚ ਰਹੇ ਹਨ। ਅੰਤ ਕਾਲ ਮੈਂ ਸੁਧ ਪਦ ਲਹੈ। ਇਸ ਤਰ੍ਹਾਂ ਇਹਨਾਂ ਗੁਰਸਿੱਖਾਂ ਨੇ ਅੰਤ ਕਾਲ, ਅੰਤਲੇ ਸਮੇਂ ਸੁਧ ਪਦ ਲਹੈ, ਸਭ ਤੋਂ ਉੱਤਮ ਪਦਵੀ ਪ੍ਰਾਪਤ ਕੀਤੀ ਹੈ। ਸਤਿਗੁਰ ਸੇਵਾ ਸਭ ਸੁਖ ਦਾਨੀ। ਕਵੀ ਜੀ ਕਹਿੰਦੇ ਨੇ, ਸੰਗਤ ਜੀ ਗੁਰੂ ਦੀ ਸੇਵਾ ਸਾਰੇ ਸੁੱਖ ਦੇਣ ਵਾਲੀ ਹੈ। ਬੜੇ ਭਾਗ ਜਿਨ ਤਿਨੋ ਕਮਾਨੀ। ਪਰ ਇਹ ਸੇਵਾ ਮਿਲਦੀ ਉਹਨਾਂ ਨੂੰ ਹੈ, ਉਹਨਾਂ ਦੇ ਸਿਆਈ ਵੱਡੇ ਭਾਗ ਤਿਨੋਂ ਕਮਾਨੀ, ਜਿਨ੍ਹਾਂ ਦੇ ਭਾਗ ਵੱਡੇ ਨੇ ਜੀ, ਜਿਨ੍ਹਾਂ ਦੇ ਭਾਗ ਜਾਗੇ ਨੇ। ਉਹਨਾਂ ਨੇ ਆ ਕੇ ਕਥਾ ਕੀਰਤਨ ਸੁਣਿਆ ਪ੍ਰੇਮ ਦੇ ਨਾਲ, ਉਹਨਾਂ ਨੇ ਗੁਰੂ ਦੀ ਵੱਡੀ ਸੇਵਾ ਕੀਤੀ ਹੈ। ਪਰ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਜਿਨ੍ਹਾਂ ਨੇ ਨਿਰਹੰਕਾਰ ਹੋ ਕੇ ਗੁਰੂ ਦਾ ਬਚਨ ਕਮਾਇਆ। ਇਸ ਲਈ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰੋ, ਭਾਗ ਵੀ ਤੁਸੀਂ ਬਣਾਉਣ ਵਾਲੇ ਹੋ, ਕਿਰਪਾ ਕਰਕੇ ਜੋ ਉਪਦੇਸ਼ ਆਪ ਜੀ ਨੇ ਬਖਸ਼ਿਆ ਹੈ ਉਹ ਸਾਡੇ ਹਿਰਦੇ 'ਚ ਵਸੇ। ਇਹਨਾਂ ਬਚਨਾਂ ਦੀ ਅਸੀਂ ਕਮਾਈ ਕਰ ਸਕੀਏ, ਸਿਮਰਨ ਭਜਨ ਬੰਦਗੀ ਕਰਕੇ, ਸੇਵਾ ਕਰਕੇ ਸੰਸਾਰ ਸਾਗਰ ਨੂੰ ਤਰ ਸਕੀਏ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਸੋ ਇਹ ਨੋਟ ਕਰਨਾ, ਮੇਰੀ ਪੀਰੀ ਦਿਵਸ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਸਤਰ ਧਾਰਨ ਦਿਵਸ ਜਿਹੜਾ ਹੈ ਉਹ 28 ਤਰੀਕ ਨੂੰ, 28 ਜੂਨ ਨੂੰ ਆ ਰਿਹਾ ਹੈ।
ਇਸ ਸੰਬੰਧ ਦੇ ਵਿੱਚ ਜੋ ਇਤਿਹਾਸ ਦੇ ਪ੍ਰਸੰਗ ਹਨ, ਕੱਲ੍ਹ ਤੋਂ 21 ਤਰੀਕ ਤੋਂ ਲੈ ਕੇ ਤੇ 28 ਤਰੀਕ ਤੱਕ 27 ਤੱਕ ਸ਼ਾਮ ਦੇ ਦੀਵਾਨ ਜਿਹੜੇ ਨੇ 5 ਤੋਂ 6 ਵਜੇ ਤੱਕ ਉਹ ਗੁਰਦੁਆਰਾ ਬਬੇਕਸਰ ਸਾਹਿਬ ਸਜਣਗੇ ਜੀ। ਤੇ 28 ਤਰੀਕ ਨੂੰ ਉੱਥੇ ਦਿਨ ਦੇ ਦੀਵਾਨ ਸਜਣਗੇ। 29 ਜੂਨ ਨੂੰ ਫਿਰ ਇਹ ਜਿਹੜੀ ਕਥਾ ਹੈ ਇਤਿਹਾਸ ਦੀ, ਉਹ ਅੱਗੇ ਆਪਾਂ ਇਸ ਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸੇ ਸਮੇਂ 4 ਤੋਂ 5 ਦਾ ਜੋ ਸਮਾਂ ਹੈ ਉਹ ਆਰੰਭ ਕਰਾਂਗੇ। ਜਿਹੜੀਆਂ ਸੰਗਤਾਂ ਗੁਰਦੁਆਰਾ ਬਬੇਕਸਰ ਸਾਹਿਬ ਜਾਣ, ਉਹ ਕਥਾ ਕੱਲ੍ਹ ਤੋਂ 5 ਤੋਂ 6 ਵਜੇ ਤੱਕ ਹੋਵੇਗੀ। ਪਰ ਜਿਹੜੇ ਲਾਈਵ ਟੈਲੀਕਾਸਟ ਸਰਵਣ ਕਰਦੇ ਨੇ, ਪਰਸੋਂ ਤੋਂ ਉਹ ਜਿਹੜਾ ਹੈ ਦੀਵਾਨ ਇਸੇ ਸਮੇਂ ਦਿਖਾਇਆ ਜਾਵੇਗਾ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਅਖੀਰਲੀਆਂ 2 ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਸ਼੍ਰੀ ਅਰਜਨ ਕੋ ਸੇਵਤ ਰਹੈ, ਅੰਤ ਕਾਲ ਮੈਂ ਸੁਧ ਪਦ ਲਹੈ। ਸਤਿਗੁਰ ਸੇਵਾ ਸਭ ਸੁਖ ਦਾਨੀ, ਬੜੇ ਭਾਗ ਜਿਨ ਤਿਨੋ ਕਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।